श्री राग की वार दी विचार आरंभ कर रहे हैं। ये पावन वार ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 83 ਤੇ ਅੰਕਿਤ ਹੈ। ਵਾਰ ਉਸ ਗੀਤ ਨੂੰ ਕਹਿੰਦੇ ਨੇ ਜਿਹਦੇ ਵਿੱਚ ਕਿਸੇ ਯੋਧੇ ਸ਼ੂਰਵੀਰ ਦੀ ਸਿਫਤ ਵਰਣਨ ਕੀਤੀ ਹੋਵੇ। ਇਹ ਵਰਣਨ ਆਮ ਤੌਰ ਤੇ ਪੌੜੀਆਂ ਵਿੱਚ ਕੀਤਾ ਜਾਂਦਾ ਹੈ। ਜਿਹੜੀ ਸਿਫਤ ਕੀਤੀ ਜਾਂਦੀ ਸੂਰਮਿਆਂ ਦੀ ਢਾਡੀ ਸਿੰਘ ਗਾਉਂਦੇ ਨੇ, ਪੌੜੀਆਂ ਵਿੱਚ ਹੁੰਦੀ ਹੈ। ਤੇ ਨਾਲ ਉਦਾਹਰਨਾਂ ਦੇਣ ਲਈ ਸ਼ਲੋਕ ਜਾਂ ਦੋਹੇ ਢਾਡੀ ਜਿਹੜੇ ਨੇ ਉਸ ਟਾਈਮ ਗਾਉਂਦੇ ਸਨ। ਗੁਰਦੇਵ ਪਿਤਾ ਜੀ ਨੇ ਦੇਸ਼ ਦੇ ਅੰਦਰ ਚੱਲਦੀ ਇਸ ਪ੍ਰਚਲਿਤ ਰੀਤ ਨੂੰ, ਰਚਨਾ ਨੂੰ ਲੈ ਕੇ ਵਾਹਿਗੁਰੂ ਦੇ ਯਸ਼ ਵਾਸਤੇ ਵਰਤਿਆ ਹੈ। ਬਾਕੀ ਆਮ ਜਿਹੜੇ ਲੋਕ ਸਨ ਉਹ ਰਾਜਿਆਂ ਮਹਾਰਾਜਿਆਂ ਦੀ ਸਿਫਤ ਵੀ ਕਰਦੇ ਸਨ, ਯੋਧਿਆਂ ਦੀਆਂ ਵਾਰਾਂ ਵੀ ਗਾਉਂਦੇ ਸਨ। ਤੇ ਵਾਰ ਦੇ ਵਿੱਚ ਨਿਰੀਆਂ ਪੌੜੀਆਂ ਹੀ ਸਨ ਪਹਿਲਾਂ, ਲੇਕਿਨ ਨਿਰੀਆਂ ਪੌੜੀਆਂ ਹੀ ਨਹੀਂ ਸਗੋਂ ਖਿਆਲ ਨੂੰ ਸਪਸ਼ਟ ਕਰਨ ਲਈ ਨਾਲ ਸ਼ਲੋਕ ਵੀ ਦਿੱਤੇ ਗਏ ਨੇ। ਇਸੇ ਲਈ ਇਸ ਵਾਰ ਵਿੱਚ ਲਿਖਿਆ ਹੈ ਸ੍ਰੀ ਰਾਗ ਕੀ ਵਾਰ ਮਹਿਲਾ ਚੌਥਾ ਸ਼ਲੋਕਾਂ ਨਾਲ। ਜਦੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਤਾਂ 22 ਵਾਰਾਂ ਜਿਹੜੀਆਂ ਨੇ ਉਹ ਵੀ ਅੰਕਿਤ ਕੀਤੀਆਂ। ਤਾਂ ਗੁਰੂ ਸਾਹਿਬਾਨ ਨੇ ਜਿਹੜੇ ਗੁਰੂ ਜੀ ਨੇ ਸ਼ਲੋਕ ਉਚਾਰਨ ਕੀਤੇ ਸਨ ਨਾ, ਗੁਰੂ ਅੰਗਦ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਪਾਤਸ਼ਾਹ ਜੀ, ਉਹ ਜੋ ਸ਼ਲੋਕ ਸਨ ਉਹਨਾਂ ਨੂੰ ਵੀ ਵਾਰਾਂ ਦੇ ਵਿੱਚ ਪ੍ਰਸੰਗ ਅਨੁਸਾਰ ਪੌੜੀਆਂ ਦੇ ਨਾਲ ਲਿਖ ਦਿੱਤਾ। ਬਾਕੀ ਜਿਹੜੇ ਸ਼ਲੋਕ ਬਚੇ ਉਹਨਾਂ ਨੂੰ ਗੁਰਦੇਵ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਵਿੱਚ ਸਵਈਆਂ ਤੋਂ ਬਾਅਦ ਲਿਖ ਕੇ ਦਰਜ ਕਰ ਦਿੱਤਾ ਤੇ ਸਿਰਲੇਖ ਦਿੱਤਾ ਸ਼ਲੋਕ ਵਾਰਾਂ ਤੇ ਵਧੀਕ, ਜੋ ਵਾਰਾਂ ਤੋਂ ਸ਼ਲੋਕ ਵੱਧ ਗਏ। ਵਾਰ ਢਾਡੀ ਲੋਕ ਢਾਡ ਸਰੰਗੀ ਦੇ ਨਾਲ ਗਾਉਂਦੇ ਸਨ। ਇਸੇ ਲਈ ਇਸ ਵਾਰ ਦੇ ਵਿੱਚ ਜਦੋਂ ਆਪ ਪੜੋਗੇ ਤੇ ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਇਸੇ ਤਰ੍ਹਾਂ ਮਾਝ, ਮਾਰੂ, ਆਸਾ ਆਦਿ ਕਈ ਹੋਰ ਰਾਗਾਂ ਵਿੱਚ ਵੀ ਗੁਰੂ ਪਾਤਸ਼ਾਹ ਜੀ ਨੇ ਢਾਡੀ ਸ਼ਬਦ ਜਿਹੜਾ ਹੈ ਵਰਤਿਆ ਹੈ। ਤਾਂ ਆਓ ਆਪਾਂ ਵਿਚਾਰ ਆਰੰਭ ਕਰੀਏ ਸ੍ਰੀ ਰਾਗ ਕੀ ਵਾਰ ਮਹਿਲਾ ਚੌਥਾ ਸ਼ਲੋਕਾਂ ਨਾਲ। ਰਾਗ ਸ੍ਰੀ ਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਵਾਰ, ਜਿਸ ਵਿੱਚ ਸ਼ਲੋਕ ਵੀ ਨੇ, ਤੇ ਸ਼ਲੋਕ ਜਿਹੜੇ ਨੇ ਉਹ ਅਲੱਗ-ਅਲੱਗ ਗੁਰੂ ਸਾਹਿਬਾਨ ਦੇ ਨੇ, ਤੇ ਜਿਹੜੀਆਂ ਪੌੜੀਆਂ ਨੇ ਉਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਇਹ ਗੱਲ ਖਾਸ ਖਿਆਲ ਰੱਖਣੀ ਹੈ, ਜਿਹੜੀ ਵੀ ਵਾਰ ਦੇ ਅੰਦਰ ਲਿਖਿਆ ਹੋਵੇਗਾ ਨਾ, ਵਾਰ ਮਹਿਲਾ ਚੌਥਾ ਜਾਂ ਮਹਿਲਾ ਤੀਜਾ, ਮਹਿਲਾ ਪੰਜਵਾਂ, ਉਸ ਵਾਰ ਦੇ ਵਿੱਚ ਪੌੜੀਆਂ ਜੋ ਨੇ ਉਸ ਗੁਰੂ ਸਾਹਿਬਾਨ ਦੀਆਂ ਹੋਣਗੀਆਂ ਜਿਨ੍ਹਾਂ ਦਾ ਉੱਤੇ ਜ਼ਿਕਰ ਹੋਏਗਾ, ਮਹਿਲਾ ਪਹਿਲਾ, ਪੰਜਵਾਂ, ਚੌਥਾ। ਤੇ ਪੌੜੀਆਂ ਜਿਹੜੀਆਂ ਨੇ ਉਹ ਦੂਜੇ ਗੁਰੂ ਸਾਹਿਬਾਨ ਦੀਆਂ ਵੀ ਹੋਣਗੀਆਂ। ਨਹੀਂ, ਸੌਰੀ, ਪੌੜੀਆਂ ਉਸ ਗੁਰੂ ਸਾਹਿਬ ਦੀਆਂ ਹੋਣਗੀਆਂ ਜਿਨ੍ਹਾਂ ਦਾ ਨਾਮ ਉੱਤੇ ਆਏਗਾ। ਜਿਵੇਂ ਮਹਿਲਾ ਚੌਥਾ ਤਾਂ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਦੀਆਂ ਹੋਣਗੀਆਂ। ਜੇ ਵਾਰ ਮਹਿਲਾ ਪੰਜਵਾਂ ਹੈ ਤਾਂ ਪੌੜੀਆਂ ਪੰਜਵੇਂ ਪਾਤਸ਼ਾਹ ਦੀਆਂ ਹੋਣਗੀਆਂ, ਸ਼ਲੋਕ ਦੂਜੇ ਗੁਰੂ ਸਾਹਿਬਾਨ ਦੇ ਵੀ ਹੋਣਗੇ। ਤੇ ਜੇ ਕੋਈ ਪੌੜੀ ਹੋਰ ਕਿਸੇ ਗੁਰੂ ਸਾਹਿਬ ਦੀ ਹੋਏਗੀ ਨਾ, ਤੇ ਨਾਲ ਉੱਥੇ ਇਸ਼ਾਰਾ ਦੇ ਦਿੱਤਾ ਜਾਏਗਾ, ਪੌੜੀ ਮਹਿਲਾ ਚੌਥਾ ਜਾਂ ਪੰਜਵਾਂ ਨਾਲ ਇਸ਼ਾਰਾ ਦਿੱਤਾ ਜਾਏਗਾ। ਸ਼ਲੋਕ ਮਹਿਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਹੁਣ ਦੇਖੋ ਇੱਥੇ ਰਾਗਾ ਲਿਖਿਆ ਨਾ, ਰਾਗਾ, ਇਹਨੂੰ ਰਾਗਾ ਨਹੀਂ ਪੜਨਾ, ਰਾਗਾਂ ਸ਼ਬਦ ਹੈ ਰਾਗ, ਤੇ ਬਹੁਵਚਨੀ ਬਣਾਉਣ ਵਾਸਤੇ ਕੰਨਾ ਲਗਾਇਆ ਗਿਆ। ਜਦੋਂ ਵੀ ਕਿਸੇ ਸ਼ਬਦ ਨੂੰ ਬਹੁਵਚਨੀ ਬਣਾਇਆ ਜਾਂਦਾ ਹੈ ਤਾਂ ਉਸ ਦਾ ਜੋ ਉਚਾਰਨ ਹੈ ਉਹ ਨਾਸਕੀ ਹੋਏਗਾ। ਰਾਗਾਂ ਵਿੱਚ ਸ੍ਰੀ ਰਾਗ ਹੈ, ਸ੍ਰੀ ਪੜਨਾ ਹੈ ਇਹਨੂੰ, ਸ੍ਰੀ ਨਹੀਂ, ਸ੍ਰੀ ਅੱਧਾ ਰਾ ਹੈ ਨਾ ਪੈਰ ਥੱਲੇ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਹੁਣ ਰਾਗਾਂ ਵਿੱਚੋਂ ਸ੍ਰੀ ਰਾਗ ਤਾਂ ਸ੍ਰੇਸ਼ਟ ਹੈ ਜੇ ਇਸ ਰਾਗ ਰਾਹੀਂ ਸੱਚ ਦੇ ਨਾਲ ਪਿਆਰ ਪਾਇਆ ਜਾਏ। ਆਮ ਕਰਕੇ ਕਿਹਾ ਜਾਂਦਾ ਹੈ ਕਿ ਸ੍ਰੀ ਰਾਗ ਦੂਜੇ ਰਾਗਾਂ ਨਾਲੋਂ ਮਹਾਨ ਹੈ, ਪਰ ਗੁਰੂ ਜੀ ਕਹਿੰਦੇ ਨੇ ਤਾਂ ਮਹਾਨ ਹੈ ਜੇ ਇਸ ਰਾਗ ਰਾਹੀਂ ਸੱਚ ਦੇ ਵਿੱਚ ਪ੍ਰੀਤ ਪੈ ਜਾਵੇ, ਸੱਚ ਦੇ ਨਾਲ ਬੰਦਾ ਜੁੜ ਜਾਏ, ਤਾਂ ਰਾਗ ਮਹਾਨ ਹੈ। ਤੇ ਜੇ ਰਾਗ ਗਾ ਕੇ ਸੱਚ ਦੇ ਨਾਲ ਬੰਦਾ ਨਹੀਂ ਜੁੜਿਆ ਤਾਂ ਫਿਰ ਕੋਈ ਮਹਾਨਤਾ ਨਹੀਂ ਹੈ। ਮਹਾਨਤਾ ਹੈ ਸੱਚ ਦੀ। ਦੇਖੋ ਜਿਹੜੇ ਰਾਗ ਹੈ
ਇਹਨੂੰ ਇਸਲਾਮ ਦੇ ਅੰਦਰ ਤੇ ਬਿਲਕੁਲ ਹੀ ਵਰਜਿਤ ਕਰ ਦਿੱਤਾ ਗਿਆ। ਲੇਕਿਨ ਰਾਗ ਦੇ ਵਿੱਚ ਵਰਜਿਤ ਕਿਉਂ ਕੀਤਾ ਗਿਆ? ਕਿਉਂਕਿ ਕੋਈ ਰਾਗ ਜਿਹੜਾ ਸੀ ਕਰੀਬ ਕਰੀਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਖਾਸ ਕਰਕੇ ਵੈਸ਼ਿਆ ਦੇ ਘਰ ਦਾ ਸ਼ਿੰਗਾਰ ਰਿਹਾ, ਜਾਂ ਇਸ ਰਾਗ ਦੇ ਵਿੱਚ ਜੋ ਨੇ ਗਲਤ ਚੀਜ਼ਾਂ ਜੋ ਸਮਾਜ ਨੂੰ ਨਹੀਂ ਪ੍ਰਵਾਨ ਉਹ ਗਾਈਆਂ ਗਈਆਂ। ਗੁਰੂ ਸਾਹਿਬਾਨ ਨੇ ਰਾਗ ਦੀ ਵਰਤੋਂ ਕੀਤੀ, ਲੇਕਿਨ ਪ੍ਰਭੂ ਦੀ ਸਿਫਤ ਸਲਾਹ ਵਾਸਤੇ, ਕਿ ਰਾਗ ਮਾੜਾ ਨਹੀਂ ਹੈ। ਰਾਗ ਮਾੜਾ ਨਹੀਂ, ਮਾੜੀ ਉਹ ਚੀਜ਼ ਹੈ ਜੋ ਰਾਗ ਰਾਹੀਂ ਪਰੋਸੀ ਜਾ ਰਹੀ। ਬਰਤਨ ਮਾੜਾ ਨਹੀਂ, ਬਰਤਨ ਦੇ ਵਿੱਚ ਅਸੀਂ ਪਾ ਕੇ ਕੀ ਪਰੋਸਦੇ ਹਾਂ, ਤੇ ਬਰਤਨ ਚੰਗਾ ਵੀ ਨਹੀਂ ਹੁੰਦਾ। ਕੁਝ ਸੋਨੇ ਦਾ ਬਰਤਨ ਹੋਏ ਤੇ ਸੋਨੇ ਦੇ ਬਰਤਨ ਦੇ ਅੰਦਰ ਕੋਈ ਜ਼ਹਿਰ ਪਾ ਕੇ ਪਰੋਸੇ, ਤਾਂ ਸੋਨੇ ਦੇ ਬਰਤਨ ਵਿੱਚ ਪਾਇਆ ਹੋਇਆ ਜ਼ਹਿਰ ਕੋਈ ਅੰਮ੍ਰਿਤ ਥੋੜੀ ਬਣ ਜਾਏਗਾ, ਉਹਦੇ ਨਾਲ ਮੌਤ ਤਾਂ ਹੋਏਗੀ। ਪਰ ਜੇ ਬਰਤਨ ਮਿੱਟੀ ਦਾ ਹੈ ਪਰ ਉਹਦੇ ਵਿੱਚ ਕੋਈ ਦੁੱਧ ਪਾ ਕੇ ਪਰੋਸੇ, ਤਾਂ ਉਸ ਦੁੱਧ ਦੀ ਵੈਲਿਊ ਘੱਟ ਨਹੀਂ ਚੱਲੀ। ਇਸ ਲਈ ਕੀਮਤ ਬਰਤਨ ਦੀ ਨਹੀਂ ਹੈ, ਕੀਮਤ ਇਹ ਹੈ ਕਿ ਬਰਤਨ ਦੇ ਅੰਦਰ ਪਾ ਕੇ ਕੀ ਪਰੋਸਾ ਜਾ ਰਿਹਾ ਹੈ। ਤਾਂ ਗੁਰੂ ਜੀ ਨੇ ਰਾਗ ਦੇ ਅੰਦਰ ਪਾ ਕੇ ਸਾਨੂੰ ਅੰਮ੍ਰਿਤ ਨਾਮ ਪਰੋਸਿਆ, ਪ੍ਰਭੂ ਦਾ ਹੁਕਮ, ਰੱਬੀ ਗੁਣ, ਜੀਵਨ ਜਾਚ, ਕਿ ਤੁਸੀਂ ਸਿਫਤ ਸਲਾਹ ਦੇ ਨਾਲ ਜੁੜ ਸਕੋ, ਤਾਂ ਇਹ ਰਾਗ ਸਫਲ ਨੇ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਤਾਂ ਗੁਰੂ ਜੀ ਕਹਿੰਦੇ ਨੇ ਰਾਗਾਂ ਵਿੱਚੋਂ ਸ੍ਰੀ ਰਾਗ ਤਾਂ ਹੀ ਸ੍ਰੇਸ਼ਟ ਹੈ ਜੇ ਇਸ ਰਾਹੀਂ ਬੰਦਾ ਸੱਚ ਦੇ ਨਾਲ ਪਿਆਰ ਪਾ ਲਵੇ, ਸੱਚ ਦੇ ਨਾਲ ਜੁੜ ਜਾਏ, ਮਨ ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੁੜੇ। ਸਦਾ ਹਰ ਸੱਚ ਮਨ ਵਸੈ, ਨਿਹਚਲ ਮਤ ਅਪਾਰ। ਇਹ ਰਾਗ ਤਾਂ ਹੀ ਮਹਾਨ ਹੈ ਜੇ ਸਦਾ ਥਿਰ ਰਹਿਣ ਵਾਲਾ ਰੱਬ ਮਨ ਵਿੱਚ ਵਸ ਜਾਏ, ਤੇ ਜਿਹੜੀ ਮਤ ਹੈ ਨਾ ਉਹ ਨਿਹਚਲ ਹੋ ਜਾਏ, ਬੁੱਧੀ ਅਚਲ ਹੋ ਜਾਏ, ਸੱਚ ਦੇ ਨਾਲ ਟਿਕ ਜਾਏ, ਸੱਚੇ ਫੈਸਲੇ ਲੈਣ ਲੱਗ ਜਾਏ। ਮਨ ਔਰ ਬੁੱਧ ਦੋ ਚੀਜ਼ਾਂ ਨੇ। ਦੇਖੋ, ਮਨ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿਸ ਕਰਕੇ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ, ਤੇ ਬੁੱਧੀ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜੋ ਠੀਕ ਔਰ ਗਲਤ ਦਾ ਨਿਰਣਾ ਕਰਦੀ ਹੈ, ਕੀ ਠੀਕ ਹੈ ਕੀ ਗਲਤ ਹੈ। ਹੁਣ ਮਨ ਦੇ ਅੰਦਰ ਜੋ ਵਿਚਾਰ ਨੇ ਰੱਬੀ ਗੁਣਾ ਦੇ ਵਸ ਜਾਣ, ਰਾਗ ਗਾ ਕੇ ਮਨ ਦੇ ਅੰਦਰ ਜੋ ਵਿਚਾਰ ਨੇ ਉਹ ਗੁਣਾ ਵਾਲੇ ਵਸ ਜਾਣ, ਗੁਣਾ ਵਾਲੇ ਵਿਚਾਰ ਪੈਦਾ ਹੋਣ, ਸਕਾਰਾਤਮਕ ਵਿਚਾਰ ਪੈਦਾ ਹੋਣ, ਪੋਜ਼ਿਟਿਵ ਵਿਚਾਰ ਪੈਦਾ ਹੋਣ, ਤੇ ਜਿਹੜੀ ਮਤ ਹੈ ਉਹ ਵੀ ਸਹੀ ਫੈਸਲੇ ਲਵੇ। ਇਹ ਨਹੀਂ ਕਿ ਮਤ ਕਦੇ ਸਹੀ ਫੈਸਲਾ ਲੈ ਲੈ, ਕਦੇ ਗਲਤ ਲੈ ਲੈ। ਨਿਹਚਲ ਮਤ ਅਪਾਰ ਦਾ ਮਤਲਬ ਹੈ ਕਿ ਮਤ ਵੀ ਨਿਹਚਲ ਹੋ ਜਾਏ, ਮਤ ਵੀ ਜਿਹੜੀ ਅਪਾਰ ਪ੍ਰਭੂ ਦੇ ਗੁਣਾਂ ਦਾ ਹੀ ਫੈਸਲਾ ਲਵੇ, ਸੱਚ ਦਾ ਹੀ ਫੈਸਲਾ ਲਵੇ, ਤਾਂ ਸ੍ਰੀ ਰਾਗ ਗਾਇਆ ਹੋਇਆ ਸਫਲਾ ਹੈ। ਤੇ ਜੇ ਸ੍ਰੀ ਰਾਗ ਨੂੰ ਗਾ ਕੇ ਨਾ ਤੇ ਮਨ ਦੇ ਅੰਦਰ ਰੱਬੀ ਗੁਣ ਵਸੇ, ਨਾ ਹੀ ਮਤ ਨਿਹਚਲ ਹੋਈ, ਨਾ ਅਪਾਰ ਪ੍ਰਭੂ ਦੇ ਨਾਲ ਜੁੜੇ, ਤਾਂ ਫਿਰ ਰਾਗ ਗਾਣ ਦਾ ਲਾਭ ਨਾ ਹੋਇਆ, ਕੰਨ ਰਸ ਰਹਿ ਜਾਏਗਾ। ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ। ਫਿਰ ਇਹਦਾ ਸਿੱਟਾ ਕੀ ਨਿਕਲੇਗਾ? ਇਸ ਦਾ ਸਿੱਟਾ ਕੀ ਨਿਕਲਿਆ? ਰਤਨ ਅਮੋਲਕ ਗੁਰ ਕਾ ਸ਼ਬਦ ਵਿਚਾਰ। ਸ਼ਬਦ ਵਿਚਾਰ ਜਿਹੜਾ ਹੈ ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੋ ਜਾਂਦਾ ਹੈ। ਗੁਰੂ ਦਾ ਸ਼ਬਦ ਯਾਨੀ ਗੁਰੂ ਦਾ ਵਿਚਾਰ, ਗੁਰੂ ਦੀ ਫਿਲਾਸਫੀ, ਗੁਰੂ ਦਾ ਦਿੱਤਾ ਹੋਇਆ ਗਿਆਨ, ਔਰ ਨਾਲ ਵਿਚਾਰ, ਗੁਰੂ ਸ਼ਬਦ ਦੀ ਵਿਚਾਰ, ਗੁਰੂ ਦੀ ਵਿਚਾਰ, ਗੁਰੂ ਦੀ ਵਿਚਾਰਧਾਰਾ, ਇਹ ਅਮੁੱਲਕ ਰਤਨ ਹੈ। ਬੰਦਾ ਫਿਰ ਇਸ ਅਮੁੱਲਕ ਰਤਨ ਨੂੰ ਪਾ ਲੈਂਦਾ ਹੈ, ਗੁਰਬਾਣੀ ਦੀ ਵਿਚਾਰ ਰੂਪੀ ਅਮੁੱਲਕ ਰਤਨ ਨੂੰ ਪਾ ਲੈਂਦਾ ਹੈ। ਤੇ ਜਿਨਨੇ ਇਸ ਵਿਚਾਰ ਨੂੰ ਪਾ ਲਿਆ, ਪਾ ਲੈਣ ਦਾ ਮਤਲਬ ਅਪਣਾ ਲੈਣਾ। ਪਾਣ ਦਾ ਮਤਲਬ ਇਹ ਨਹੀਂ ਕਿ ਕਥਾ ਕਰਨੀ ਮੇਰੀ ਤਰ੍ਹਾਂ ਸਿੱਖ ਗਿਆ। ਕਥਾ ਕਰਨੀ ਜਾਂ ਬੋਲ ਲੈਣਾ ਇੱਕ ਕਲਾ ਹੈ, ਕੋਈ ਵੀ ਸਿੱਖ ਸਕਦਾ ਹੈ, ਕਲਾ ਹੈ। ਲੇਕਿਨ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਜ਼ਿੰਦਗੀ 'ਚ ਕਰਨਾ ਇਹ ਇੱਕ ਅਲੱਗ ਗੱਲ ਹੈ। ਬੋਲ ਲੈਣਾ, ਲੈਕਚਰ ਦੇ ਲੈਣਾ, ਇਹ ਇੱਕ ਕਲਾ ਹੈ, ਕੋਈ ਵੀ ਸਿੱਖ ਸਕਦਾ ਹੈ, ਪਰ ਇਹਨੂੰ ਇੰਪਲੀਮੈਂਟ ਕਰਨਾ ਆਪਣੇ ਜੀਵਨ ਦੇ ਵਿੱਚ, ਇਹਨਾਂ ਚੀਜ਼ਾਂ ਦੀ ਧਾਰਨੀ ਹੋਣਾ, ਇਹ ਇੱਕ ਅਲੱਗ ਗੱਲ ਹੈ। ਕੋਈ ਆਦਮੀ ਹੈ ਤੈਰਨ ਬਾਰੇ ਪੜ੍ਹ ਸਕਦਾ ਹੈ, ਪਾਣੀ ਵਿੱਚ ਤਰਨਾ, ਉਹਦੇ ਬਾਰੇ ਲਿਟਰੇਚਰ ਪੜ੍ਹ ਸਕਦਾ ਹੈ, PhD ਕਰ ਸਕਦਾ ਹੈ, ਲੈਕਚਰ ਦੇ ਸਕਦਾ ਹੈ,
ਪਰ ਉਹਨੂੰ ਕਵੇ ਵੀ ਤੈਨੂੰ ਤਰਨਾ ਆਉਂਦਾ, ਉਹ ਕਵੇ ਨਹੀਂ ਤਰਨਾ ਤੇ ਨਹੀਂ ਆਉਂਦਾ। ਪਾਣੀ ਵਿੱਚ ਵੜੇਗਾ, ਉਹ ਕਹਿੰਦਾ ਨਹੀਂ ਮੈਨੂੰ ਤੈਰਨਾ ਨਹੀਂ ਆਉਂਦਾ। ਤੈਰਨ ਬਾਰੇ ਲੈਕਚਰ ਦੇ ਰਿਹਾ ਹੈ, ਤੈਰਨ ਬਾਰੇ ਲੈਕਚਰ ਦੇ ਰਿਹਾ ਹੈ, ਪਰ ਤੈਰਨਾ ਨਹੀਂ ਆਉਂਦਾ। ਇਹਦਾ ਮਤਲਬ ਉਹ ਚੀਜ਼ ਨੂੰ ਇੰਪਲੀਮੈਂਟ ਨਹੀਂ ਨਾ, ਉਹਦਾ ਫਿਰ ਲਾਭ ਨਹੀਂ ਹੈ, ਉਹਦਾ ਲਾਭ ਨਹੀਂ ਹੈ। ਇੱਕ ਕਹਾਣੀ ਹੈ ਨਿੱਕੀ ਜੀ, ਕਹਿੰਦੇ ਨੇ ਕਿਸ਼ਤੀ ਦੇ ਵਿੱਚ ਨਦੀ ਤੋਂ ਪਾਰ ਹੋ ਰਹੇ ਸਨ, ਦਰਿਆ ਦੇ ਵਿੱਚੋਂ ਕੁਝ ਲੋਕ, ਤੇ ਜਿਹੜਾ ਕਿਸ਼ਤੀ ਚਲਾਉਣ ਵਾਲਾ ਸੀ ਉਹ ਅਨਪੜ੍ਹ ਸੀ, ਤੇ ਉਹਦੇ ਵਿੱਚ ਕਿਸ਼ਤੀ ਵਿੱਚ ਇੱਕ ਪੜ੍ਹਿਆ ਲਿਖਿਆ ਬੰਦਾ ਬੈਠਾ ਸੀ। ਤੇ ਉਹ ਕਿਸ਼ਤੀ ਵਾਲੇ ਨੂੰ ਕਹਿੰਦਾ, ਇਕੱਲਾ ਹੀ ਬੰਦਾ ਸੀ, ਕਿਸ਼ਤੀ ਵਾਲੇ ਨੂੰ ਕਹਿੰਦਾ ਤੈਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ? ਕਹਿੰਦਾ ਨਾ। ਕਹਿੰਦਾ ਫਿਰ ਤੇਰਾ ਚੌਥਾ ਹਿੱਸਾ ਜੀਵਨ ਬੇਕਾਰ ਗਿਆ। ਕਹਿੰਦਾ ਤੈਨੂੰ ਹਿੰਦੀ ਪੰਜਾਬੀ ਹਿੰਦੀ ਆਉਂਦੀ, ਸੰਸਕ੍ਰਿਤ ਪੜ੍ਹਨੀ ਆਉਂਦੀ ਹੈ? ਕਹਿੰਦਾ ਨਹੀਂ। ਕਹਿੰਦਾ ਫਿਰ ਤੇਰੀ ਅੱਧੀ ਜ਼ਿੰਦਗੀ ਬੇਕਾਰ ਚਲੀ ਗਈ। ਅੱਗੇ ਚੱਲ, ਕਹਿੰਦਾ ਤੈਨੂੰ ਗਣਿਤ ਆਉਂਦਾ ਹੈ? ਤੇ ਉਹ ਵਿਚਾਰਾ ਕਿਸ਼ਤੀ ਵਾਲਾ ਕਹਿੰਦਾ ਜੀ ਨਹੀਂ, ਮੈਂ ਅਨਪੜ੍ਹ ਹਾਂ। ਕਹਿੰਦਾ ਤੇਰੀ 3 ਹਿੱਸੇ ਜ਼ਿੰਦਗੀ ਬੇਕਾਰ, ਵਿਅਰਥ। ਤੇ ਉਧਰੋਂ ਉਹਨੇ ਚਿਰ ਨੂੰ ਨਦੀ ਵਿੱਚ ਪਾਣੀ ਜ਼ਿਆਦਾ ਚੜ ਗਿਆ, ਤੂਫਾਨ ਆ ਗਿਆ, ਤੇ ਕਿਸ਼ਤੀ ਵਾਲਾ ਕਹਿੰਦਾ ਤੈਨੂੰ ਤਰਨਾ ਆਉਂਦਾ ਹੈ? ਕਹਿੰਦਾ ਨਾ। ਕਹਿੰਦਾ ਫਿਰ ਤੇਰੀ ਸਾਰੀ ਜ਼ਿੰਦਗੀ ਬੇਕਾਰ, ਹੁਣ ਮੌਤ ਹੀ ਹੈ, ਕਿਉਂਕਿ ਕਿਸ਼ਤੀ ਡੁੱਬ ਜਾਣੀ, ਤਰਨਾ ਨਹੀਂ ਆਉਂਦਾ, ਬੇਕਾਰ। ਤਾਂ ਗੱਲ ਇੰਪਲੀਮੈਂਟ ਸੀ, ਜੇ ਇਹਨਾਂ ਚੀਜ਼ਾਂ ਨੂੰ ਨਹੀਂ ਕਰਦੇ ਤਾਂ ਫਿਰ ਸਾਨੂੰ ਉਹਦਾ ਲਾਭ ਨਹੀਂ ਹੁੰਦਾ। ਤਾਂ ਇਹਦਾ ਸਿੱਟਾ ਇਹ ਨਿਕਲਣਾ ਚਾਹੀਦਾ, ਸ੍ਰੀ ਰਾਗ ਅਸੀਂ ਗਾਇਆ ਤਾਂ ਉਹਦਾ ਸਿੱਟਾ ਇਹ ਹੈ ਕਿ ਇਸ ਰਾਹੀਂ ਸਾਡੀ ਜ਼ਿੰਦਗੀ ਦੇ ਅੰਦਰ ਸੱਚ ਮਨ ਵਿੱਚ ਵਸ ਜਾਏ, ਮਤ ਜਿਹੜੀ ਹੈ ਨਿਹਚਲ ਹੋ ਜਾਏ, ਸੱਚ ਦੇ ਨਾਲ ਪ੍ਰੀਤ ਪੈ ਜਾਏ, ਤਾਂ ਗੁਰੂ ਸ਼ਬਦ ਦੀ ਵਿਚਾਰ ਰੂਪੀ ਰਤਨ ਮਿਲ ਜਾਂਦੀ ਹੈ, ਰਤਨ ਕੀਮਤੀ ਮਿਲ ਜਾਂਦਾ ਹੈ। ਉਹਦੇ ਨਾਲ ਫਿਰ ਹੁੰਦਾ ਕੀ ਹੈ, ਕਿਵੇਂ ਪਰਖੀਏ ਕਿ ਅਮੁੱਲਕ ਰਤਨ ਵਿਚਾਰ ਸਾਨੂੰ ਮਿਲ ਗਈ ਹੈ? ਤਾਂ ਗੁਰੂ ਜੀ ਦੱਸਦੇ ਨੇ ਉਸ ਬੰਦੇ ਦਾ ਜੀਵਨ ਫਿਰ ਪਰਖੋ ਜਿਹਵਾ ਸੱਚੀ, ਮਨ ਸੱਚਾ, ਸੱਚਾ ਸਰੀਰ ਆਕਾਰ। ਉਹਦੀ ਜੀਭ ਸੱਚੀ ਹੋ ਜਾਂਦੀ ਹੈ, ਯਾਨੀ ਉਹ ਜੀਭ ਦੇ ਨਾਲ ਸੱਚ ਬੋਲੇਗਾ। ਜਿਹੜਾ ਸੱਚ ਦੇ ਨਾਲ ਪਿਆਰ ਪੈ ਗਿਆ ਨਾ, ਉਹ ਸੱਚ ਬੋਲੇਗਾ, ਕਦੇ ਉਹ ਝੂਠ ਨਹੀਂ ਬੋਲੇਗਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਉਹਨੂੰ ਸਮਝ ਆ ਜਾਏਗੀ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸੱਤ ਹੈ, ਨਾਨਕ ਐਸਾ ਆਗੂ ਜਾਪੈ। ਤਾਂ ਉਹ ਝੂਠ ਨਹੀਂ ਬੋਲੇਗਾ, ਉਹਦੀ ਜ਼ਬਾਨ ਤੇ ਸੱਚ ਹੋਏਗਾ। ਮਨ ਸੱਚਾ, ਉਹਦੀ ਮੈਂਟੈਲਿਟੀ, ਮਾਨਸਿਕਤਾ, ਉਹਦੀ ਸੋਚ ਵੀ ਸੱਚੀ ਹੋਏਗੀ। ਕਈ ਵਾਰ ਬੰਦਾ ਸੱਚ ਵੀ ਬੋਲਦਾ ਹੈ ਕਿਸੇ ਦਾ ਬੁਰਾ ਕਰਨ ਲਈ, ਝੂਠ ਵੀ ਬੋਲਦਾ ਹੈ ਕਿਸੇ ਦਾ ਨੁਕਸਾਨ ਕਰਨ ਲਈ, ਪ੍ਰੇਮ ਕਰਦਾ ਹੈ ਨੁਕਸਾਨ ਕਰਨ ਲਈ, ਈਰਖਾ ਕਰਦਾ ਹੈ ਨੁਕਸਾਨ ਕਰਨ ਲਈ। ਤਾਂ ਗੱਲ ਹੈਗੀ ਵੀ ਸੋਚ ਕੀ ਹੈ ਬੋਲਾਂ ਦੇ ਪਿੱਛੇ। ਤਾਂ ਉਸ ਮਨੁੱਖ ਦੇ ਬੋਲ ਵੀ ਸੱਚੇ ਹੋਣਗੇ ਤੇ ਉਹਦਾ ਮਨ ਸੱਚਾ, ਦਾ ਮਤਲਬ ਉਹਦੀ ਸੋਚ ਵੀ ਸੱਚੀ ਹੋਏਗੀ। ਸੱਚਾ ਸਰੀਰ ਆਕਾਰ, ਸਰੀਰ ਆਕਾਰ ਦਾ ਮਤਲਬ ਮਨੁੱਖਾ ਸਰੀਰ, ਯਾਨੀ ਮਨੁੱਖਾ ਜਨਮ। ਉਹਦਾ ਸਾਰਾ ਜਿਹੜਾ ਸਰੀਰਕ ਜੋ ਕਾਰਜਕਰਮ ਨੇ, ਸਰੀਰਕ ਕਰਮ ਨੇ ਜੋ, ਉਹ ਵੀ ਸੱਚੇ ਹੋਣਗੇ। ਅੱਖਾਂ ਦੇ ਨਾਲ ਉਹ ਸੱਚ ਵੇਖੇਗਾ, ਕੰਨਾਂ ਨਾਲ ਸੱਚ ਸੁਣੇਗਾ, ਹੱਥਾਂ ਨਾਲ ਸੱਚੇ ਕਰਮ ਕਰੇਗਾ, ਪੈਰਾਂ ਨਾਲ ਸੱਚੇ ਰਾਹਾਂ ਤੇ ਤੁਰੇਗਾ। ਉਹਦਾ ਸਰੀਰ ਸੱਚਾ ਆਕਾਰ, ਯਾਨੀ ਉਹਦੇ ਸਾਰੇ ਜਿਹੜੇ ਨਿਕਾਰ ਵਿਹਾਰ ਉਹ ਵੀ ਸੱਚੇ ਹੋ ਜਾਣਗੇ। ਇਹ ਕਾਹਦਾ ਸਿੱਟਾ ਹੈ? ਜੇ ਅਸੀਂ ਬਾਣੀ ਦੀ ਵਿਚਾਰ ਨੂੰ ਪਾਵਾਂਗੇ ਤੇ ਇਹ ਤਾਂ ਇਹ ਸ੍ਰੀ ਰਾਗ ਤਾਂ ਗਾਇਆ ਸਫਲ ਹੈ ਜੇਕਰ ਇਹ ਸਾਰੇ ਵਿਚਾਰ ਆ ਜਾਣ। ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ, ਰਾਗਾਂ ਚੋਂ ਸ੍ਰੀ ਰਾਗ ਗਾਇਆ ਤਾਂ ਉੱਤਮ ਹੈ, ਜੇ ਇਹਦੇ ਰਾਹੀਂ ਇਹ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਣ। ਤੇ ਜੇ ਸੱਚ ਨਹੀਂ ਪ੍ਰਾਪਤ ਹੋਇਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪਹਿ ਕਿਆ ਲੀਨਾ। ਵੀ ਜਿਹੜਾ ਸਿਰਫ ਰਾਗ ਰਾਗਣੀਆਂ ਗਾ ਕੇ ਪਖੰਡ ਹੀ ਕਰ ਰਿਹਾ ਹੈ, ਸੱਚ ਦੇ ਨਾਲ ਨਹੀਂ ਜੁੜਿਆ, ਉਹਨਾਂ ਨੇ ਰੱਬ ਤੋਂ ਕੀ ਲੈ ਲਿਆ? ਕੁਝ ਵੀ ਨਹੀਂ। ਰਾਗੈ ਨਾਦੈ ਬਾਹਰਾ, ਇਨੀ ਹੁਕਮ ਨਾ ਬੂਝਿਆ ਜਾਏ। ਰਾਗਾਂ ਨਾਦਾਂ ਤੋਂ ਬਾਹਰ ਹੈ। ਕੇਵਲ ਰਾਗ ਗਾਣ ਦੇ ਨਾਲ ਬੰਦਾ ਹੁਕਮ ਨੂੰ ਨਹੀਂ ਸਮਝਦਾ, ਤੇ ਜੇ ਹੁਕਮ ਅਨੁਸਾਰ ਨਹੀਂ ਚੱਲਦਾ ਤਾਂ ਉਹਦਾ ਰਾਗ ਗਾਇਆ ਉਹਦੇ ਜੀਵਨ ਦੇ ਵਿੱਚ ਲਾਭ ਨਹੀਂ ਦੇਵੇਗਾ, ਆਤਮਿਕ ਲਾਭ ਨਹੀਂ ਦੇਵੇਗਾ। ਨਾ ਭੀਜੈ ਰਾਗੀ ਨਾਦੀ ਬੇਦ, ਕਿ ਇਹਨਾਂ ਕਰਮਾਂ ਦੇ ਨਾਲ ਅਸੀਂ ਪ੍ਰਭੂ ਨੂੰ ਖੁਸ਼ ਨਹੀਂ ਕਰ ਸਕਦੇ। ਤਾਂ ਜ਼ਰੂਰਤ ਹੈ ਰਾਗ ਗਾ ਕੇ ਬੰਦਾ ਸੱਚ ਦੇ ਨਾਲ ਜੁੜੇ,
ਔਰ ਇਹ ਦਾਤਾਂ ਉਹਦੀ ਝੋਲੀ ਵਿੱਚ ਪੈ ਜਾਣ। ਨਾਨਕ ਸੱਚੇ ਸਤਿਗੁਰ ਸੇਵਿਆ। ਹੁਣ ਇਹ ਦਾਤਾਂ ਕਿਵੇਂ ਮਿਲਣਗੀਆਂ? ਨਾਨਕ ਸੱਚੇ ਸਤਿਗੁਰ ਸੇਵਿਆ, ਸਦਾ ਸੱਚ ਵਾਪਾਰ। ਸਤਿਗੁਰ ਸੇਵੇ ਦਾ ਮਤਲਬ ਜੇ ਗੁਰੂ ਦੀ ਦੱਸੀ ਸੇਵਾ ਕਰੀਏ, ਯਾਨੀ ਜੇ ਗੁਰੂ ਦੇ ਦੱਸੇ ਰਾਹ ਵਿੱਚ ਤੁਰੀਏ। ਸਤਿਗੁਰ ਸੇਵੇ ਦਾ ਮਤਲਬ ਗੁਰੂ ਦੇ ਦੱਸੇ ਰਾਹ ਵਿੱਚ ਤੁਰੀਏ। ਸਦਾ ਸੱਚ ਵਪਾਰ ਹੈ ਨਾਨਕ, ਕਿ ਸੱਚਾ ਵਪਾਰ ਤਾਂ ਕੀਤਾ ਜਾ ਸਕਦਾ ਹੈ ਜੇ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੀਏ। ਤਾਂ ਇਹਦਾ ਮਤਲਬ ਜ਼ਰੂਰਤ ਹੈ ਸਾਨੂੰ ਗੁਰਬਾਣੀ ਦੇ ਗਿਆਨ ਦੀ, ਜ਼ਰੂਰਤ ਹੈ ਗੁਰੂ ਦੇ ਦਿੱਤੇ ਵੇ ਆਫ ਲਾਈਫ ਦੀ, ਤਾਂ ਸਾਨੂੰ ਇਹ ਦਾਤਾਂ ਜਿਹੜੀਆਂ ਨੇ ਮਿਲ ਸਕਦੀਆਂ ਨੇ। ਰਾਗ ਗਾਏ ਸਫਲੇ ਹੋ ਸਕਦੇ ਨੇ, ਸਾਡੇ ਸਾਰੇ ਇਹ ਜੋ ਗੁਣ ਨੇ ਉਹ ਦਾਤਾਂ ਸਾਨੂੰ ਸਾਰੀਆਂ ਮਿਲ ਸਕਦੀਆਂ ਨੇ। ਆਪਾਂ ਆਸਾ ਕੀ ਵਾਰ ਵਿੱਚ ਵਿਚਾਰ ਕੀਤੀ ਸੀ ਨਾ ਕਿ ਜੋ ਗੁਰੂ ਦਾ ਸੇਵਕ ਹੈ ਉਹਦੇ ਵਿੱਚ 8-9 ਗੁਣ ਪੈਦਾ ਹੋ ਜਾਂਦੇ ਨੇ, ਤੇ ਉਹ ਜਿਹਦੇ ਅੰਦਰ ਇਹ 8-9 ਗੁਣ ਪੈਦਾ ਉਹ ਰੱਬ ਦੇ ਅੰਦਰ ਸਮਾ ਜਾਂਦਾ ਹੈ। ਸੇਵਕ ਦਾ ਪਹਿਲਾ ਗੁਣ ਹੀ ਸੰਤੋਖ ਦਾ ਹੈ। ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਤੇ ਆਇਆ। ਸੇਵਕ ਦਾ ਦੂਜਾ ਗੁਣ ਹੈ ਸੱਚ, ਸੱਚ ਦੇ ਨਾਲ ਜੁੜਨਾ। ਉਹਨੇ ਮੰਦੇ ਪੈਰ ਨਾ ਰੱਖਿਓ। ਤੀਜਾ ਗੁਣ ਹੈ ਉਹ ਮੰਦੇ ਪਾਸੇ ਪੈਰ ਵੀ ਨਹੀਂ ਧਰਦਾ, ਮੰਦੀ ਸੋਚ ਵੀ ਪੈਦਾ ਉਹਦੇ ਅੰਦਰ ਨਹੀਂ ਹੁੰਦੀ। ਕਰ ਸੁਕ੍ਰਿਤ, ਉਹ 10 ਨਵਾਂ ਦੀ ਸੱਚੀ ਸੁੱਚੀ ਕਿਰਤ ਕਰਦਾ ਹੈ। ਪੰਜਵਾਂ ਉਹਦਾ ਗੁਣ ਹੈ ਧਰਮ ਕਮਾਇਆ। ਧਰਮ ਦਾ ਮਤਲਬ ਫਰਜ਼, ਉਹ ਆਪਣੇ ਮਨੁੱਖੀ ਫਰਜ਼ ਪੂਰੇ ਕਰਦਾ ਕਿ ਉਹਦੇ ਬੱਚਿਆਂ ਲਈ ਕੀ ਫਰਜ਼ ਨੇ, ਪਰਿਵਾਰ ਲਈ ਕੀ ਫਰਜ਼ ਨੇ, ਰਿਸ਼ਤੇਦਾਰਾਂ ਲਈ, ਸੱਜਣਾ ਮਿੱਤਰਾਂ ਲਈ, ਅੜੋਸੀਆਂ ਪੜੋਸੀਆਂ ਲਈ, ਸਮਾਜ ਲਈ, ਵਨਸਪਤੀ ਲਈ, ਜੀਵ ਜੰਤ ਲਈ। ਜਿਹੜਾ ਵੱਡਾ ਬ੍ਰਹਿਮੰਡ ਹੈ ਉਹਨੇ ਵੱਡੇ ਹੀ ਉਹਦੇ ਫਰਜ਼ ਨੇ। ਕਰ ਸੁਕ੍ਰਿਤ ਧਰਮ ਕਮਾਇਆ। ਤੇ 6ਵਾਂ ਉਹਦਾ ਗੁਣ ਹੈ ਉਹਨੇ ਦੁਨੀਆ ਤੋੜੇ ਬੰਧਨਾ। ਜੋ ਰੱਬ ਦਾ ਪਿਆਰਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਹ ਦੁਨੀਆ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ। ਜਾਤੀਵਾਦ, ਮੇਰ ਤੀਰ ਦੇ ਬੰਧਨ ਉਹਦੇ ਵਿੱਚ ਨਹੀਂ ਹੁੰਦੇ। ਉਹਨੇ ਦੁਨੀਆ ਤੋੜੇ ਬੰਧਨਾ। 7ਵਾਂ ਗੁਣ ਹੈ ਅੰਨ ਪਾਣੀ ਥੋੜਾ ਖਾਇਆ। ਅੰਨ ਪਾਣੀ ਥੋੜਾ ਖਾਣ ਦਾ ਮਤਲਬ ਉਹ ਆਪਣੀਆਂ ਲੋੜਾਂ ਨੂੰ ਸੀਮਤ ਕਰਦਾ ਹੈ, ਆਸ਼ਾਵਾਂ ਤ੍ਰਿਸ਼ਨਾਵਾਂ ਤੋਂ ਬਚਦਾ ਹੈ। ਤੂੰ ਬਖਸ਼ੀ ਸੀ ਅਗਲਾ ਨੇ ਦੇਵੇਂ ਚੜੇ ਸਵਾਇਆ। ਉਹਨੂੰ ਯਾਦ ਹੁੰਦਾ ਹੈ ਕਿ ਹੇ ਪ੍ਰਭੂ ਤੂੰ ਬਖਸ਼ਿਸ਼ਾਂ ਕਰਨ ਵਾਲਾ ਹੈ, ਤੂੰ ਦਾਤਾਂ ਦੇਣ ਵਾਲਾ ਹੈ। ਤਾਂ ਐਵੇਂ ਉਹ ਵੀ ਫਿਰ ਵੰਡ ਕੇ ਛਕਦਾ ਹੈ। ਤੇ 9ਵਾਂ ਗੁਣ ਹੈ ਵਡਿਆਈ। ਵਡਿਆਈ ਦਾ ਮਤਲਬ ਸਿਫਤ ਸਲਾਹ, ਪੋਜ਼ਿਟਿਵ ਥਿੰਕਿੰਗ। ਤੇ ਜਿਹਦੇ ਵਿੱਚ ਇਹ 9 ਗੁਣ ਆ ਜਾਣ, ਵੱਡਾ ਪਾਇਆ, ਉਹ ਵੱਡੇ ਰੱਬ ਨੂੰ ਪਾ ਲੈਂਦਾ ਹੈ। ਇਸ ਲਈ ਨਾਨਕ ਸਤਿਗੁਰ ਸੇਵਿਆ, ਸਦਾ ਸੱਚ ਵਪਾਰ। ਇਹ ਸੱਚਾ ਵਪਾਰ, ਸੱਚਾ ਜੀਵਨ ਤਾਂ ਮਿਲਦਾ ਹੈ ਜੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ। ਦੇਖੋ ਕਿੰਨਾ ਸੋਹਣਾ, ਕਿੰਨਾ ਸੌਖਾ ਰਾਸਤਾ ਸਾਨੂੰ ਗੁਰੂ ਜੀ ਨੇ ਦੱਸਿਆ ਹੈ ਪ੍ਰਭੂ ਮਿਲਾਪ ਦਾ, ਜੀਵਨ ਨੂੰ ਸਫਲ ਕਰਨ ਦਾ। ਕਿ ਜੇ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਤੁਰੀਏ ਤਾਂ ਇਹ ਜੀਵਨ ਦਾ ਸੱਚਾ ਵਪਾਰ ਜਿਹੜਾ ਹੋ ਸਕਦਾ ਹੈ। ਫਿਰ ਸ੍ਰੀ ਰਾਗ ਗਾਇਆ ਹੋਇਆ ਸਾਡਾ ਸਫਲਾ ਹੈ, ਜੇ ਸ੍ਰੀ ਰਾਗ ਦੇ ਰਾਹੀਂ ਸੱਚ ਦੇ ਨਾਲ ਪ੍ਰੀਤ ਪੈ ਜਾਏ। ਮਹਿਲਾ ਤੀਜਾ, ਅੱਗੇ ਤੀਜੇ ਪਾਤਸ਼ਾਹ ਜੀ ਦਾ ਸ਼ਲੋਕ ਹੈ। ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਧਾਤ ਸ਼ਬਦ ਜੋ ਹੈ ਬਾਣੀ ਦੇ ਵਿੱਚ ਕਈ ਸਾਰੇ ਅਰਥਾਂ ਦੇ ਵਿੱਚ ਵਰਤਿਆ ਗਿਆ ਹੈ। ਧਾਤ ਸ਼ਬਦ ਕਈ ਸਾਰੇ ਅਰਥਾਂ ਵਿੱਚ ਵਰਤਿਆ ਹੈ। ਮੈਂ ਇਹਦਾ ਸਕਰੀਨਸ਼ਾਟ ਲੈ ਕੇ ਤੇ ਗਰੁੱਪ ਦੇ ਵਿੱਚ ਪਾ ਦਿਆਂਗਾ। ਧਾਤ ਸ਼ਬਦ ਤੱਤ ਵਾਸਤੇ ਵੀ ਆਇਆ ਹੈ, ਜਿਵੇਂ ਪੰਜ ਧਾਤ ਵਿੱਚ ਪਾਈਆਂ ਮੋਹ ਝੂਠ ਪਸਾਰਾ। ਇੱਥੇ ਧਾਤ ਦਾ ਮੀਨਿੰਗ ਹੈ ਤੱਤ। ਤੇ ਧਾਤ ਦਾ ਜਿਹੜਾ ਦੂਜਾ ਅਰਥ ਹੈ ਧਾਰਨ ਕਰਨ ਵਾਲਾ ਪ੍ਰਭੂ, ਜੋ ਸਭ ਨੂੰ ਧਾਰਨ ਕਰਨ ਵਾਲਾ ਹੈ, ਕਰਤਾ ਪੁਰਖ। ਸਹਿਸ 18 ਕਹਿਨ ਕਤੇਬਾ ਅਸੂਲੂ ਇੱਕ ਧਾਤ। ਧਾਤ ਦਾ ਤੀਜਾ ਜਿਹੜਾ ਹੈ ਅਰਥ ਵਰਤਿਆ ਗਿਆ ਹੈ ਧਾਉਣਾ, ਦੌੜਨਾ। ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ। ਤੇ ਚੌਥੇ ਅਰਥਾਂ ਵਿੱਚ ਵਰਤਿਆ ਹੈ ਧਰਤੀ ਵਿੱਚੋਂ ਨਿਕਲਣ ਵਾਲਾ ਕੋਈ ਖਣਿਜ ਪਦਾਰਥ। ਦਰਪਨ ਉਰਮਹਾਨ ਦਰਪਨ ਕਰਦਾ ਹੈ ਅਰਥ। ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ। ਜਾਂ ਅਸ਼ਟ ਧਾਤ ਪਾਤਸ਼ਾਹ ਕੀ ਕੜੀਏ ਸ਼ਬਦ ਵਿਗਾਸ। ਤੇ ਮਹਾਨ ਕੋਸ਼ ਦੇ ਅੰਦਰ ਧਾਤ ਦਾ ਅਰਥ ਜਿਹੜਾ ਹੈ ਗੁਣ ਵੀ ਦਿੱਤਾ ਹੈ, ਜੇ ਹੀ ਧਾਤ ਤੇਹਾ ਤਿੰਨਾ। 6ਵਾਂ ਅਰਥ ਹੈ ਧਾਣ ਵਾਲੀ ਮਾਇਆ, ਨਾਸ਼ਵੰਤ। ਤ੍ਰੈ ਗੁਣ ਸਭਾ ਧਾਤ ਹੈ, ਇੱਥੇ ਨਾਸ਼ਵੰਤੀ ਦਾ ਅਰਥ ਹੈ।
ਤੇ ਸੱਤਵੇਂ ਅਰਥਾਂ ਦੇ ਵਿੱਚ ਵਰਤਿਆ ਹੈ ਜਿਵੇਂ ਭੱਜ ਕੇ ਦੂਰ ਜਾਣਾ, ਭੱਜ ਕੇ ਦੂਰ ਜਾਣ, ਮਾਇਆ ਵਾਲਾ, ਲਿਵ ਧਾਤ ਦੋ ਰਾਹ ਹੈ ਹੁਕਮੀ ਕਾਰ ਕਮਾਏ। ਤੇ ਅੱਠਵਾਂ ਜਿਹੜਾ ਇਹਦਾ ਧਾਤ ਦਾ ਅਰਥ ਹੈ ਰੁਚੀ, ਜਿਵੇਂ ਪੰਜਵੇਂ ਖਾਣ ਪੀਣ ਕੀ ਧਾਤ, ਧਾਤ ਦਾ ਮਤਲਬ ਰੁਚੀ। ਨੌਵਾਂ ਸੁਭਾਅ ਹੈ, ਨੌਵਾਂ ਅਰਥ ਹੈ ਸੁਭਾਅ ਪ੍ਰਕਿਰਤੀ, ਜਿਵੇਂ ਕੁੱਤੇ ਚੰਦਨ ਲਾਈ ਹੈ ਧੀ ਸੋ ਕੁੱਤੀ ਧਾਤ, ਕਿ ਉਹਦੇ ਕੁੱਤਿਆਂ ਵਾਲੀ ਜਿਹੜੀ ਹੈ ਪ੍ਰਕਿਰਤੀ ਰਹੇਗੀ। ਤੇ 10ਵਾਂ ਅਰਥ ਹੈ ਵਿਸ਼ਿਆਂ ਨੂੰ ਗ੍ਰਹਿਣ ਕਰਨ ਵਾਲੀਆਂ ਇੰਦਰੀਆਂ। ਮਹਾਨ ਕੋਸ਼ ਲਿਖਦਾ ਹੈ ਮਨ ਮਾਰੇ ਧਾਤ ਮਰ ਜਾਏ। ਤੇ 11ਵਾਂ ਅਰਥ ਹੈ ਦੌੜ ਭੱਜ ਭਟਕਣਾ। ਤ੍ਰੈਗੁਣ ਧਾਤ ਬਹੁ ਕਰਮ ਕਮਾਵੇਂ, ਹਰ ਰਸ ਸਾਧ ਨਾ ਆਇਆ। ਤਾਂ ਇਸ ਤਰ੍ਹਾਂ ਧਾਤ ਸ਼ਬਦ ਨੂੰ ਕਈ ਸਾਰੇ ਅਰਥਾਂ ਦੇ ਵਿੱਚ ਵਰਤਿਆ ਗਿਆ ਹੈ। ਇੱਥੇ ਹੁਣ ਧਾਤ ਦਾ ਅਰਥ ਹੈ ਮਾਇਆ। ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਤੱਕ ਸਾਹਿਬ ਦੀ ਪ੍ਰੀਤ ਪੈਦਾ ਨਹੀਂ ਨਾ ਹੁੰਦੀ, ਤਾਂ ਫਿਰ ਹੋਰ ਬਿਰਹਾ ਦਾ ਮਤਲਬ ਪਿਆਰ, ਫਿਰ ਜੋ ਹੋਰ ਪਿਆਰ ਹੈ ਉਹ ਸਾਰਾ ਮਾਇਆ ਦਾ ਪਿਆਰ ਹੈ, ਮਾਇਆ ਦਾ ਪਿਆਰ। ਤੇ ਮਾਇਆ ਦਾ ਮਤਲਬ ਧਨ ਪਦਾਰਥ ਜਾਂ ਔਰਤ ਨਹੀਂ ਹੈ। ਮਾਇਆ ਦਾ ਮਤਲਬ ਇੱਕ ਸੋਚ ਜੋ ਸਾਨੂੰ ਸਾਰਿਆਂ ਵਿੱਚ ਰੱਬ ਨਹੀਂ ਵੇਖਣ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹਨੂੰ ਮਾਇਆ ਕਹਿੰਦੇ ਨੇ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਤੱਕ ਸਾਹਿਬ ਦੀ, ਸੱਚ ਦੀ, ਰੱਬੀ ਗੁਣਾਂ ਦੀ ਪ੍ਰੀਤ ਨਹੀਂ ਨਾ ਪੈਦਾ ਹੁੰਦੀ, ਉਦੋਂ ਤੱਕ ਜਿੰਨੀ ਵੀ ਸਾਰੀ ਪ੍ਰੀਤ ਹੈ ਉਹ ਇਹ ਮਾਇਆ ਵਾਲੀ ਸੋਚ ਹੀ ਹੈ। ਇਸ ਸੋਚ ਦੇ ਅੰਦਰ ਹੀ ਬੰਦਾ ਕਿਤੇ ਮੋਹ ਹੋਏਗਾ, ਕਿਤੇ ਸੈਲਫਿਸ਼ਨੈਸ ਹੋਏਗੀ, ਕਿਤੇ ਮੇਰ ਤੇਰ ਦੇ ਵਿਤਕਰੇ ਹੋਣਗੇ, ਤੇ ਉਦੋਂ ਤੱਕ ਬੰਦੇ ਦੇ ਅੰਦਰ ਸ਼ਾਂਤੀ ਸੁਖ ਪੈਦਾ ਨਹੀਂ ਹੋਏਗਾ, ਸਿਵਾਏ ਉਸ ਪ੍ਰੀਤ ਦੇ ਜੋ ਪ੍ਰਭੂ ਨਾਲ ਪਾਉਂਦਾ ਹੈ। ਸਾਰੀਆਂ ਮੁਹੱਬਤਾਂ ਮਾਇਆ ਨਾਸ਼ਵਾਨ ਨੇ, ਮਤਲਬ ਕਿ ਉਹ ਸਾਨੂੰ ਪ੍ਰਭੂ ਦੇ ਨਾਲ ਨਹੀਂ ਜੋੜਦੀਆਂ। ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਹੁਣ ਇਹਨੂੰ ਪੜਨ ਲੱਗਿਆ ਸੁਣ, ਥੋੜਾ ਜਿਹਾ ਧਿਆਨ ਰੱਖਣਾ ਹੈ। ਆਮ ਕਰਕੇ ਬੋਲਿਆ ਜਾਂਦਾ ਹੈ ਸੁਣਨ। ਜਦੋਂ ਅਸੀਂ ਸੁਣਨ ਬੋਲਾਂਗੇ ਨਾ, ਤਾਂ ਦੇਖੋ ਨਾਣਾ ਪਹਿਲੋਂ ਬੋਲ ਰਿਹਾ ਹੈ, ਧਿਆਨ ਦੇ ਨਾਲ ਸੁਣੋ। ਸੁਣਨ, ਸੁਣਨ, ਨਾਣਾ ਬੋਲ ਰਿਹਾ ਪਹਿਲਾਂ, ਲੇਕਿਨ ਨੰਨਾ ਬੋਲਣਾ ਹੈ ਵਿੱਚ। ਸੁਣਨ, 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 ਐਵੇਂ ਬੋਲਣਾ ਹੈ। ਤਾਂ ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਇਹ ਮਨ ਮਾਇਆ ਵਿੱਚ ਮੋਹਿਆ ਹੋਇਆ ਹੈ। ਮਨ ਮਾਇਆ ਵਿੱਚ ਮੋਹਿਆ ਹੋਣ ਕਰਕੇ ਵੇਖਣ ਸੁਣਨ ਨਾ ਹੋਏ, ਨਾ ਪ੍ਰਭੂ ਨੂੰ ਵੇਖ ਸਕਦਾ ਨਾ ਸੁਣ ਸਕਦਾ, ਨਾ ਰੱਬ ਨੂੰ ਵੇਖ ਸਕਦਾ ਨਾ ਸੁਣ ਸਕਦਾ। ਹਾਲਾਂਕਿ ਦਿਸ ਰਿਹਾ ਹੈ, ਹਾਲਾਂਕਿ ਉਹਦੇ ਬੋਲ ਸੁਣ ਰਹੇ ਨੇ, ਪਰ ਇਹ ਨਾ ਵੇਖਦਾ ਨਾ ਸੁਣਦਾ। ਕਿਵੇਂ? ਇਹ ਚੀਜ਼ ਨੂੰ ਥੋੜਾ ਜਿਹਾ ਅਸਾਂ ਧਿਆਨ ਨਾਲ ਸਮਝਣਾ। ਦੇਖੋ ਸਾਡੇ ਅੰਦਰ ਸ਼ੁਭ ਗੁਣ ਮੌਜੂਦ ਨੇ, ਸਤ, ਸੰਤੋਖ, ਦਇਆ, ਧਰਮ, ਇਹ ਚੀਜ਼ਾਂ ਆਪਾਂ ਹਰ ਰੋਜ਼ ਹੀ ਵਿਚਾਰ ਰਹੇ ਹਾਂ, ਕਿਉਂਕਿ ਹਰ ਰੋਜ਼ ਹੀ ਸ਼ਬਦਾਂ ਦੇ ਵਿੱਚ ਇਹ ਗੁਣ ਆ ਰਹੇ ਨੇ। ਸਾਡੇ ਸਾਰਿਆਂ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਦਇਆ ਹੈ, ਪ੍ਰੇਮ ਹੈ, ਇਨਸਾਨੀਅਤ ਹੈ, ਸੱਚਾਈ ਹੈ, ਪਰ ਬੰਦਾ ਆਪਣੇ ਅੰਦਰੋਂ ਇਹਨਾਂ ਗੁਣਾਂ ਨੂੰ ਵੇਖਦਾ ਹੀ ਨਹੀਂ ਕਿ ਮੇਰੇ ਅੰਦਰ ਇਹ ਵੀ ਹੈ। ਕਦੀ ਇਹਨੇ ਮਹਿਸੂਸ ਹੀ ਨਹੀਂ ਕੀਤਾ। ਦੂਜੇ ਲੋਕਾਂ ਦੇ ਵਿੱਚ ਵੀ ਗੁਣ ਹੈ ਨੇ, ਤੇ ਕਦੇ ਇਹਨੇ ਦੂਜਿਆਂ ਦੇ ਗੁਣਾਂ ਨੂੰ ਵੇਖਿਆ ਹੀ ਨਹੀਂ, ਔਗਣ ਹੀ ਵੇਖਦਾ। ਆਮ ਬਹੁਤਾਤ ਗਿਣਤੀ ਜਿੱਥੇ ਜਾਣਗੇ ਉਸ ਸਿਚੁਏਸ਼ਨ ਦੇ ਵਿੱਚ ਕਮੀ ਕੱਢਣਗੇ। ਕੋਈ ਬੰਦਿਆਂ ਨੂੰ 10-10 ਸਾਲ ਦੀ ਸਜ਼ਾ ਹੋ ਗਈ ਦੋ ਨੂੰ, ਤੇ ਅਲੱਗ-ਅਲੱਗ ਬੰਦ ਰਹੇ। 10 ਸਾਲ ਬਾਅਦ ਜਦੋਂ ਉਹਨਾਂ ਨੂੰ ਜੇਲ੍ਹ ਚੋਂ ਕੱਢਿਆ, ਤੇ ਉਹ ਪੁੱਛਣ ਲੱਗਾ ਵੀ ਜੇਲ੍ਹ ਦੇ ਵਿੱਚ ਕਿਵੇਂ ਬੀਤਿਆ ਸਮਾਂ। ਕਹਿੰਦਾ ਹੋਰ ਤੇ ਕੋਈ ਨਹੀਂ, ਬਸ ਉਹ ਜਿਸ ਕਮਰੇ ਵਿੱਚ ਮੈਂ ਬੰਦ ਸਾਂ ਨਾ, ਉਹਦੀ ਕੰਧ ਥੋੜੀ ਜਿਹੀ ਟੇਢੀ ਸੀ, ਉਹ ਗੁਣੀਆਂ ਵਿੱਚ ਨਹੀਂ ਸੀ। ਯਾਨੀ ਬਾਕੀ ਤਕਲੀਫ ਔਗਣ ਦੇਖਣਾ, ਜਿੱਥੇ ਜਾਣਾ ਨਾ, ਕਿਸੇ ਵੀ ਸਿਚੁਏਸ਼ਨ ਵਿੱਚ ਕਮੀ ਕੱਢਣੀ। ਉਹ ਗੁਰਦੁਆਰੇ ਜਾਣਗੇ, ਉਹਨਾਂ ਨੂੰ ਕਿਤੇ ਲੰਗਰ ਦੇ ਵਿੱਚ ਨਮਕ ਘੱਟ ਦਿਸੇਗਾ। ਜੇ ਉਹ ਸਕੂਲ ਵਿੱਚ ਕਿਤੇ ਜਾਣਗੇ, ਉੱਥੇ ਉਹਨਾਂ ਨੂੰ ਕਮੀ ਨਜ਼ਰ ਆਏਗੀ। ਜੇ ਉਹ ਸਮਾਜ ਵਿੱਚ ਵਰਤਣਗੇ ਕਿਤੇ, ਉਹਨਾਂ ਨੂੰ ਕਮੀ ਨਜ਼ਰ ਆਏਗੀ, ਕਿਉਂਕਿ ਉਹਨਾਂ ਦੇ ਅੰਦਰ ਨੈਗੇਟਿਵਿਟੀ ਹੀ ਹੈ, ਗੁਣ ਨਹੀਂ ਵੇਖਦੇ। ਆਮ ਬੰਦੇ ਦੀ ਬਹੁਤਾਤ ਗਿਣਤੀਆਂ ਦੀ ਆਦਤ ਹੈ ਕਿ ਇੱਕ ਬੰਦੇ ਦੇ ਵਿੱਚ 10 ਗੁਣ ਨੇ,
ਉਹਦੇ 10 ਗੁਣ ਨਹੀਂ ਵੇਖਦੇ, ਇੱਕ ਜਿਹੜਾ ਉਹਦੇ ਵਿੱਚ ਔਗਣ ਹੈ ਉਹ ਵੇਖਿਆ ਜਾ ਰਿਹਾ। ਚਾਹੀਦਾ ਇਹ ਹੈ ਕਿ ਜਿੱਥੇ ਅਸੀਂ ਔਗਣ ਨੂੰ ਵੇਖ ਰਹੇ ਹਾਂ ਉਹਨੂੰ ਅਸੀਂ ਔਗਣ ਤੋਂ ਵੀ ਸੁਚੇਤ ਕਰਨਾ ਹੈ, ਇਹ ਨਹੀਂ ਕਿ ਨਹੀਂ ਕਰਨਾ, ਲੇਕਿਨ ਉਹਦੇ 10 ਗੁਣਾਂ ਦੀ ਕਦਰ ਕੀਤੀ ਜਾਏ, ਗੁਣ ਵੇਖੇ ਜਾਣ। ਆਪਣੇ ਵਿੱਚ ਵੀ ਗੁਣ ਹੈ ਨੇ ਲੇਕਿਨ ਬੰਦਾ ਵੇਖ ਨਹੀਂ ਰਿਹਾ। ਸੁਣਨ ਨਾ ਹੋਏ, ਅੰਦਰੋਂ ਸੱਚ ਦੀ ਆਵਾਜ਼ ਆਉਂਦੀ ਹੈ ਪਰ ਬੰਦਾ ਸੱਚ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ। ਜਦੋਂ ਕੋਈ ਬੰਦਾ ਪਹਿਲੇ ਦਿਨ ਝੂਠ ਬੋਲਦਾ ਨਾ, ਹਕੀਕਤ ਹੈ ਅੰਦਰੋਂ ਆਵਾਜ਼ ਆਉਂਦੀ ਵੀ ਝੂਠ ਨਾ ਬੋਲ, ਝੂਠ ਬੋਲਣਾ ਠੀਕ ਨਹੀਂ ਹੈ। ਬੜੀ ਜ਼ਬਰਦਸਤ ਆਵਾਜ਼ ਆਉਂਦੀ ਹੈ, ਪਾਵਰਫੁਲ, ਪਰ ਬੰਦਾ ਕੱਚਾ ਜਿਹਾ ਹੋ ਕੇ ਝੂਠ ਬੋਲ ਦਿੰਦਾ ਹੈ, ਨਹੀਂ ਸੁਣਦਾ। ਦੁਬਾਰਾ ਝੂਠ ਬੋਲਦਾ, ਫਿਰ ਆਵਾਜ਼ ਆਉਂਦੀ ਹੈ, ਫਿਰ ਝੂਠ ਬੋਲ ਦਿੰਦਾ ਹੈ। ਹੌਲੀ ਹੌਲੀ ਸੱਚ ਦੀ ਆਵਾਜ਼ ਧੀਮੀ ਹੋ ਜਾਂਦੀ ਹੈ, ਝੂਠ ਫਿਰ ਬੋਲੀ ਜਾਂਦਾ। ਜਿੰਨੇ ਵੀ ਆ ਨਸ਼ਿਆਂ ਵਿੱਚ ਵੀਰ ਖਚਤ ਹੋ ਗਏ ਨਾ, ਜੋ ਨਸ਼ਈ ਹੋ ਗਏ, ਜਿਸ ਦਿਨ ਪਹਿਲੇ ਦਿਨ ਉਹਨਾਂ ਨੇ ਸ਼ਰਾਬ ਦਾ ਪੈਗ ਜਾਂ ਕੋਈ ਨਸ਼ਾ ਕੀਤਾ ਸੀ ਨਾ, ਤੇ ਅੰਦਰੋਂ ਆਵਾਜ਼ ਆਉਂਦੀ ਵੀ ਨਾ ਪੀ, ਇਹ ਠੀਕ ਨਹੀਂ ਹੈ, ਉਹ ਬੜੀ ਨਾ ਕਰਦਾ। ਅੰਦਰੋਂ ਆਵਾਜ਼ ਆਉਂਦੀ ਵੀ ਠੀਕ ਨਹੀਂ, ਪਰ ਉਸ ਆਵਾਜ਼ ਨੂੰ ਅਣਸੁਣੀ ਕਰ ਦਿੰਦਾ ਹੈ। ਦੁਬਾਰਾ ਫਿਰ ਆਵਾਜ਼ ਆਉਂਦੀ ਹੈ, ਫਿਰ ਆਉਂਦੀ ਹੈ, ਅਣਸੁਣੀ ਕਰ ਦਿੰਦਾ, ਫਿਰ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ। ਤਾਂ ਬੰਦਾ ਆਪਣੇ ਅੰਦਰ ਵੀ ਰੱਬ ਨੂੰ ਨਹੀਂ ਵੇਖ ਰਿਹਾ, ਰੱਬੀ ਗੁਣਾਂ ਨੂੰ, ਨਾ ਅੰਦਰਲੀ ਆਵਾਜ਼ ਨੂੰ ਸੁਣ ਰਿਹਾ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਇਹ ਸੰਸਾਰ ਅੰਦਰ, ਹੁਣ ਗੁਰੂ ਜੀ ਕਹਿੰਦੇ ਨੇ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰੂ ਜੀ ਰੋਜ਼ ਕਹਿ ਰਹੇ ਨੇ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜਾਂ ਜਾਤ ਪਾਤ, ਕਿੰਨਾ ਕੁਛ ਅਸੀਂ ਰੋਜ਼ ਸੁਣਦੇ ਹਾਂ, ਪਰ ਅਸੀਂ ਕਦੀ ਕੰਨਾਂ ਵਿੱਚ ਪਾਇਆ ਹੀ ਨਹੀਂ, ਸੁਣਿਆ ਹੀ ਨਹੀਂ ਨਾ, ਅਣਸੁਣਿਆ ਕਰ ਦਿੱਤਾ। ਕਿਉਂ? ਕਿ ਇਹ ਮਨ ਮਾਇਆ ਮੋਹਿਆ, ਮਨ ਤੇ ਮਾਇਆ ਦਾ ਮੋਹਿਆ ਹੈ। ਮਾਇਆ ਦਾ ਮਤਲਬ ਸੋਚ, ਸਾਡੀ ਮੈਂਟੈਲਿਟੀ, ਜੋ ਸਾਨੂੰ ਦੂਜਿਆਂ ਵਿੱਚ ਰੱਬ ਨਹੀਂ ਵੇਖਣ ਦਿੰਦੀ, ਇੱਕ ਦੂਜੇ ਨਾਲ ਰੱਬ ਦਾ ਵਿਹਾਰ ਨਹੀਂ ਕਰਨ ਦਿੰਦੀ। ਸਾਡੀ ਸੋਚ ਹੈ ਨਾ, ਉਹ ਸੋਚ ਜੋ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਹ ਸੋਚ ਦੇ ਅੰਦਰ ਮਨ ਖਚਤ ਹੈ, ਮਨੁੱਖ ਮੋਇਆ ਹੋਇਆ ਹੈ, ਇਸ ਸੋਚ ਨਾਲ ਪ੍ਰੀਤ ਹੈ, ਵੇਖਣ ਸੁਣਨ ਨਾ ਹੋਏ, ਇਸ ਕਰਕੇ ਨਾ ਇਹਨੂੰ ਰੱਬ ਦਿਸਦਾ, ਨਾ ਇਹਨੂੰ ਸੁਣਦਾ, ਨਾ ਇਹ ਸੱਚ ਨੂੰ ਵੇਖਦਾ, ਨਾ ਸੁਣਦਾ, ਆਪਣੇ ਅੰਦਰ ਵੀ ਨਹੀਂ ਵੇਖਦਾ, ਬਾਹਰ ਵੀ। ਹਾਲਾਂਕਿ ਸੱਚ ਚੁਫੇਰੇ ਪਸਰਿਆ ਹੋਇਆ, ਹਾਲਾਂਕਿ ਹਰ ਥਾਂ ਦੇ ਉੱਤੇ ਗੁਣ ਮੌਜੂਦ ਨੇ, ਜਿੱਥੇ ਮਰਜ਼ੀ ਤੁਸੀਂ ਪ੍ਰੇਮ ਨਾਲ ਰਹਿ ਸਕਦੇ, ਪਰ ਇਹਨੂੰ ਨਾ ਪ੍ਰੇਮ ਦਿਸ ਰਿਹਾ, ਨਾ ਇਹ ਸੁਣ ਰਿਹਾ। ਅਗਲਾ ਬਚਨ ਕਰਦੇ ਨੇ, ਸੋ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਹੁਣ ਮਨ ਅੰਨਾ ਹੋਇਆ ਪਿਆ ਸੋਚ ਕਰਕੇ, ਤੇ ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤ ਨਹੀਂ ਪੈਦਾ ਹੁੰਦੀ। ਹੁਣ ਇਹ ਮਨ ਅੰਨਾ ਕਰੇ ਕਿਵੇਂ? ਅੰਨੇ ਨੂੰ ਦਿਸ ਨਹੀਂ ਨਾ ਰਿਹਾ। ਹੁਣ ਇੱਕ ਤਾਂ ਅੰਨਾ ਬੰਦਾ ਹੈ ਜਿਹਦੀਆਂ ਅੱਖਾਂ ਨਹੀਂ ਹਨ, ਉਹਦਾ ਤੇ ਹੱਥ ਫੜ ਕੇ ਤੁਸੀਂ ਲੈ ਜਾਓ, ਉਹਦੀ ਮਜਬੂਰੀ ਹੈ, ਉਹਨੂੰ ਨਹੀਂ ਦਿਸ ਰਿਹਾ, ਉਹਦੀ ਮਜਬੂਰੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾ ਹੈ, ਅੰਧੇ ਸੇਈ ਨਾਨਕਾ ਜੇ ਖਸਮੋਂ ਕੁੱਥੇ ਜਾਏ। ਅਸਲੀ ਅੰਨਾ ਬੰਦਾ ਉਹ ਹੈ ਜਿਹਦੀਆਂ ਅੱਖਾਂ ਹੈ ਨੇ, ਲੇਕਿਨ ਉਹ ਫਿਰ ਵੀ ਅਸਲ ਮਾਰਗ ਤੋਂ ਖੁੰਝਿਆ ਹੋਇਆ ਹੈ। ਸੱਚ ਦਾ ਪਤਾ, ਸੱਚ ਬੋਲ ਨਹੀਂ ਰਿਹਾ। ਇਨਸਾਨੀਅਤ ਦਾ ਪਤਾ ਹੈ, ਇਨਸਾਨੀਅਤ ਵਰਤ ਨਹੀਂ ਰਿਹਾ। ਗੁਰਮਤ ਬਾਰੇ ਪਤਾ ਹੈ, ਪਰ ਗੁਰਮਤ ਦੇ ਰਾਹ ਤੇ ਚੱਲ ਨਹੀਂ ਰਿਹਾ। ਅਸਲੀ ਅੰਨਾ ਉਹ ਹੈ, ਉਹਦੀਆਂ ਅੱਖਾਂ ਖੁੱਸ ਗਈਆਂ ਨੇ। ਔਰ ਗੁਰੂ ਜੀ ਨੇ ਬਚਨ ਕੀਤਾ ਹੈ, ਨਾਨਕ ਸੇ ਅੱਖੜੀਆਂ ਬਿਆਨ ਜਿਨੇ ਦਿਸੰਦੋ ਮਾਂ ਪਰੀ। ਜਿਨ੍ਹਾਂ ਅੱਖਾਂ ਦੇ ਨਾਲ ਮੇਰਾ ਪਿਆਰਾ ਦਿਸਦਾ ਹੈ ਨਾ, ਉਹ ਅੱਖਾਂ ਹੋਰ ਨੇ। ਇਹਦਾ ਮਤਲਬ ਇਹ ਨਹੀਂ ਵੀ ਡੇਲੇ ਕੱਢ ਕੇ ਹੋਰ ਪਾਏ ਜਾਣਗੇ, ਅੱਖਾਂ ਇਹ ਹੀ ਰਹਿਣਗੀਆਂ। ਸੋਚ ਹੋਰ ਹੈ, ਸੋਚ ਬਦਲਦੀ ਹੈ, ਅੱਖਾਂ ਇਹ ਹੀ ਨੇ। ਨਜ਼ਰੀਆ ਬਦਲੋਗੇ, ਨਜ਼ਾਰੇ ਬਦਲ ਜਾਣਗੇ। ਨਜ਼ਰੀਆ ਬਦਲੋਗੇ, ਦ੍ਰਿਸ਼ ਬਦਲ ਜਾਣਗੇ। ਸਾਡਾ ਨਜ਼ਰੀਆ ਹੈ, ਇਹ ਸੰਸਾਰ ਦੁੱਖਾਂ ਦਾ ਘਰ ਹੈ, ਤੇ ਗੁਰੂ ਦਾ ਨਜ਼ਰੀਆ ਹੈ ਕਿ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਸਾਨੂੰ ਸੂਰਜ ਸਾੜਨ ਵਾਲਾ ਪ੍ਰਤੀਤ ਹੋ ਰਿਹਾ ਹੈ, ਪਰ ਗੁਰੂ ਜੀ ਦਾ ਨਜ਼ਰੀਆ ਹੈ, ਉਹਨਾਂ ਨੂੰ ਸੂਰਜ ਦੀਵਾ ਦਿਸ ਰਿਹਾ ਹੈ। ਸੰਸਾਰ ਆਰਤੀ ਕਰਦਾ ਹੋਇਆ ਨਜ਼ਰੀ ਪੈ ਰਿਹਾ ਹੈ, ਪੌਣ ਪਾਣੀ ਬੈਸੰਤਰ ਗਾਉਂਦੇ ਹੋਏ ਨਜ਼ਰੀ ਪੈ ਰਹੇ ਨੇ। ਨਜ਼ਰੀਆ ਨਾ, ਸਾਹਮਣੇ ਕੋਈ ਔਰਤ ਹੈ, ਔਰਤ ਤਾਂ ਔਰਤ ਹੀ ਹੈ ਨਾ। ਬੰਦੇ ਦਾ ਨਜ਼ਰੀਆ ਹੈ, ਉਹਨੂੰ ਕਿਸ ਨਜ਼ਰੀਏ ਨਾਲ ਵੇਖੇਗਾ। ਸਾਹਮਣੇ ਬੰਦਾ ਹੈ,
ਬੰਦਾ ਤੇ ਬੰਦਾ ਹੈ, ਨਜ਼ਰੀਆ ਸਾਡਾ ਹੈ ਕਿ ਉਹਨੂੰ ਅਸੀਂ ਕਿਸ ਨਜ਼ਰੀਏ ਨਾਲ ਵੇਖਣਾ ਹੈ, ਆਪਣੇ ਨਾਲ ਜਾਂ ਪਰਾਏ ਨਾਲ। ਤਾਂ ਇਸ ਲਈ ਜਿਹੜੀਆਂ ਅੱਖਾਂ ਨੇ ਉੱਥੇ ਨਜ਼ਰੀਏ ਦੀ ਗੱਲ ਹੈ। ਸ਼ਹੁ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਹੁਣ ਜਿਸ ਦੇ ਕੋਲ ਇਹ ਨਜ਼ਰੀਆ ਹੀ ਨਹੀਂ, ਅੰਨਾ ਹੈ ਅਗਿਆਨਤਾ ਕਰਕੇ, ਤੇ ਰੱਬ ਨੂੰ ਵੇਖਣ ਤੋਂ ਬਿਨਾ ਪ੍ਰੀਤ ਪੈਦਾ ਨਹੀਂ ਹੁੰਦੀ, ਤੇ ਰੱਬ ਨੂੰ ਇਹ ਵੇਖ ਨਹੀਂ ਪਾ ਰਿਹਾ। ਹੁਣ ਗੁਰੂ ਸਾਹਿਬ ਤੋਂ ਪੁੱਛੀਏ ਕਿ ਇਹ ਅੱਖਾਂ ਜਿਹੜੀਆਂ ਸਾਡੀਆਂ ਖਤਮ ਹੋ ਗਈਆਂ ਨੇ, ਵੇਖਣ ਵਾਲੀ ਬਿਰਤੀ, ਇਹ ਮਿਲੇ ਕਿਵੇਂ, ਨਜ਼ਰੀਆ ਬਣੇ ਕਿਵੇਂ? ਗੁਰੂ ਜੀ ਕਹਿੰਦੇ ਨੇ, ਨਾਨਕ ਜਿਨ ਅੱਖੀ ਲੀਤੀਆਂ, ਇਹਨੂੰ ਅੱਖੀ ਨਹੀਂ ਪੜਨਾ, ਬਿੰਦੀ ਲਾ ਕੇ ਅੱਖੀ, ਲੀਤੀਆਂ ਨਹੀਂ ਲੀਤੀਆਂ। ਨਾਨਕ ਜਿਨ ਅੱਖੀ ਲੀਤੀਆਂ, ਸੋਈ ਸੱਚਾ ਦੇ। ਜਿੰਦੇ ਨੰਨੇ ਨਾਲ ਜਦੋਂ ਵੀ ਸਿਹਾਰੀ ਆਏ, ਉਦੋਂ ਇਹ ਸਿੰਗੂਲਰ ਸ਼ਬਦ ਹੁੰਦਾ ਹੈ। ਇੱਥੇ ਜਿਨ ਦਾ ਮਤਲਬ ਜਿਨ੍ਹਾਂ ਨੇ ਨਹੀਂ, ਇੱਥੇ ਜਿਨ ਦਾ ਮਤਲਬ ਹੈ ਜਿਸ ਨੇ। ਜਿਸ ਹਰੀ ਨੇ ਗਿਆਨ ਅੱਖੀ ਲੈ ਲਈਆਂ ਨੇ, ਸੋਈ ਸੱਚਾ ਦੇ, ਉਹੀ ਸਾਨੂੰ ਉਹ ਅੱਖਾਂ ਦੇਵੇਗਾ। ਜਿਨਨੇ ਇਹ ਬਿਰਤੀ, ਇਹ ਸੋਚ ਲੈ ਲਈ ਹੈ, ਉਹ ਹੀ ਸੋਚ ਦੇਵੇਗਾ। ਹੁਣ ਦੇਖੋ, ਇੱਥੇ ਕਈ ਵਾਰ ਸਾਨੂੰ ਭੁਲੇਖਾ ਪੈ ਸਕਦਾ ਹੈ ਕਿ ਸ਼ਾਇਦ ਸਾਡੀਆਂ ਅੱਖਾਂ, ਸਾਡੀ ਸੋਚ ਰੱਬ ਨੇ ਖਤਮ ਕਰ ਦਿੱਤੀ ਹੈ ਕਿ ਇਸ ਬੰਦੇ ਨੂੰ ਰੱਬ ਦਿਸੇ ਹੀ ਨਾ। ਹੁਣ ਇੱਥੇ ਜਿਨ ਅੱਖੀ ਲੀਤੀਆਂ ਦਾ ਮਤਲਬ ਜਿਸ ਤੇ ਹੁਕਮ ਦੇ ਅੰਦਰ ਇਹ ਅੱਖਾਂ ਚਲੀਆਂ ਗਈਆਂ ਨੇ, ਇਹ ਸੋਚ ਖਤਮ ਹੋ ਗਈ ਹੈ ਰੱਬ ਨੂੰ ਵੇਖਣ ਵਾਲੀ, ਉਸ ਹੁਕਮ ਦੇ ਅੰਦਰ ਹੀ ਸਾਨੂੰ ਮਿਲੇਗੀ। ਇਹ ਚੀਜ਼ ਨਾ ਥੋੜੀ ਜਿਹੀ ਬਰੀਕੀ ਨਾਲ ਸਮਝਣ ਵਾਲੀ ਹੈ। ਇੱਕ ਸਿਸਟਮ ਹੈ, ਉਹ ਸਿਸਟਮ ਕੰਮ ਕਰ ਰਿਹਾ ਹੈ, ਤੇ ਉਸ ਸਿਸਟਮ ਦੇ ਅੰਦਰ ਸਾਨੂੰ ਫਲ ਮਿਲਣਾ ਹੈ। ਹੁਣ ਅਸੀਂ ਕੀ ਚਾਹੁੰਦੇ ਹਾਂ, ਉਸ ਸਿਸਟਮ ਦੇ ਵਿੱਚ ਸਾਨੂੰ ਮਿਲ ਜਾਏਗਾ। ਜੇ ਤੇ ਅਸੀਂ ਇਹ ਦੇਖਦੇ ਹਾਂ ਆਪਣੇ ਪਰਾਏ ਦੇ ਹਿਸਾਬ ਨਾਲ, ਤਾਂ ਸਾਡੀਆਂ ਇਹ ਅੱਖਾਂ ਜਿਹੜੀਆਂ ਨੇ ਚਲੀਆਂ ਜਾਣਗੀਆਂ, ਕਿਉਂਕਿ ਸਿਸਟਮ ਹੈ ਨਾ, ਜਿਵੇਂ ਦਾ ਤੁਸੀਂ ਜਿਹਾ ਵੇਖਿਆ ਤੇਹਾ ਵੇਖ। ਜਿਹੋ ਜਿਹਾ ਤੁਸੀਂ ਵੇਖੋਗੇ, ਉਹੋ ਜਿਹਾ ਦ੍ਰਿਸ਼ ਨਜ਼ਰੀ ਪਵੇਗਾ, ਜਿਹੋ ਜਿਹਾ ਵੇਖੋਗੇ। ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਪਿਕਚਰ ਹਾਲ ਦੇ ਅੰਦਰ ਕੋਈ ਬੰਦਾ ਜਾਂਦਾ ਹੈ ਫਿਲਮ ਦੇਖਣ ਲਈ, ਤੇ ਫਿਲਮ ਜਿਹੜੀ ਹੈ ਚੱਲ ਰਹੀ ਹੈ ਪਰਦੇ ਤੇ, ਉੱਥੇ ਖੁਸ਼ੀ ਔਰ ਗਮੀ ਦੇ ਸੀਨ ਵਿਖਾਏ ਜਾ ਰਹੇ ਨੇ। ਖੁਸ਼ੀ ਦੇ ਸੀਨ ਤੇ ਬੰਦਾ ਹੱਸਦਾ ਹੈ, ਖੁਸ਼ ਹੁੰਦਾ ਹੈ, ਤੇ ਜਦੋਂ ਕੋਈ ਗਮੀ ਵਾਲਾ ਸੀਨ ਵਿਖਾਇਆ ਜਾਂਦਾ ਤੇ ਕਈ ਲੋਕ ਉੱਥੇ ਗਮਗੀਨ ਹੋ ਜਾਂਦੇ ਨੇ, ਅੱਖਾਂ ਚੋਂ ਹੰਝੂ ਤੱਕ ਆ ਜਾਂਦੇ ਨੇ। ਪਰ ਉਹ ਪਰਦਾ ਆਪਣੇ ਆਪ ਵਿੱਚ ਕੁਝ ਨਹੀਂ ਹੈ। ਪਰਦਾ ਤੇ ਕੱਪੜਾ ਹੈ, ਜਾਂ ਪਲਾਸਟਿਕ ਹੈ, ਜਾਂ ਦੀਵਾਰ ਹੈ, ਪਰਦਾ ਕੁਝ ਨਹੀਂ ਹੈ। ਜਿੱਧਰ ਸਾਡਾ ਮੂੰਹ ਹੈ ਪਰਦੇ ਵੱਲ, ਅੱਖਾਂ ਨੇ, ਉਹ ਪਰਦਾ ਆਪਣੇ ਆਪ ਵਿੱਚ ਕੁਝ ਨਹੀਂ। ਜਿੱਥੇ ਫਿਲਮ ਚੱਲ ਰਹੀ ਹੈ, ਪ੍ਰੋਜੈਕਟਰ ਉਹ ਪਿੱਛੇ ਹੈ। ਜੋ ਕੁਝ ਪ੍ਰੋਜੈਕਟਰ ਤੇ ਫਿਲਮਾਇਆ ਜਾ ਰਿਹਾ ਹੈ, ਪਰਦੇ ਤੇ ਉਹ ਕੁਝ ਦਿਸਣਾ ਹੈ। ਇਹ ਸੰਸਾਰ ਵੀ ਇੱਕ ਪਰਦਾ ਹੈ, ਇਹ ਆਪਣੇ ਆਪ ਵਿੱਚ ਕੁਝ ਨਹੀਂ, ਇਹ ਪਰਦਾ ਹੈ। ਪ੍ਰੋਜੈਕਟਰ ਸਾਡੇ ਆਪਣੇ ਅੰਦਰ ਹੈ, ਸੋਚ। ਤੁਸੀਂ ਇਸ ਸੰਸਾਰ ਨੂੰ ਕਿਸ ਰੂਪ ਵਿੱਚ ਵੇਖਣਾ ਚਾਹੁੰਦੇ ਹੋ, ਉਵੇਂ ਦਾ ਦਿਸੇਗਾ। ਜਿਹਾ ਵੇਖੈ ਤੇਹਾ ਵੇਖ। ਗੁਰੂ ਜੀ ਨੇ ਬੜਾ ਪਿਆਰਾ ਵਚਨ ਕੀਤਾ ਹੈ। ਉਹ ਕਹਿਣ ਲੱਗੇ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੇ ਭਾਣੈ ਸਭ ਰੋਗੀ। ਜਿਹੜੇ ਸੁਖੀ ਨੇ ਉਹਨਾਂ ਨੂੰ ਲੱਗਦਾ ਸਾਰਾ ਸੰਸਾਰ ਹੀ ਸੁਖੀ ਹੈ, ਤੇ ਜਿਹੜੇ ਰੋਗੀ ਨੇ ਉਹਨਾਂ ਨੂੰ ਸਾਰਾ ਸੰਸਾਰ ਰੋਗੀ ਲੱਗਦਾ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਕੇ ਭਾਣੇ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਜਿਹਨੇ ਸਾਰਿਆਂ ਵਿੱਚ ਰੱਬ ਨੂੰ ਪਛਾਣ ਲਿਆ, ਉਹਦੇ ਭਾਅ ਦਾ ਤੇ ਕੋਈ ਵੀ ਨਹੀਂ ਭੁੱਲਿਆ ਹੋਇਆ। ਤੇ ਰੋਗੀ ਵਾਸਤੇ ਸਾਰੇ ਰੋਗੀ ਨੇ। ਕਿਵੇਂ? ਮੰਨ ਲਓ ਮੈਂ ਝੂਠ ਬੋਲਦਾ ਹਾਂ, ਸਪੋਜ਼ ਮੈਂ ਝੂਠ ਬੋਲਦਾ, ਤੇ ਜਦੋਂ ਮੇਰੇ ਕੋਲ ਕੋਈ ਦੂਜਾ ਬੰਦਾ ਆਣ ਕੇ ਸੱਚੀ ਗੱਲ ਕਰੇ, ਤੇ ਮੈਂ ਅੰਦਰੇ ਅੰਦਰ ਹੱਸਣਾ ਵੀ ਇਹ ਗੱਲਾਂ ਤੇ ਮੈਂ ਲੋਕਾਂ ਨੂੰ ਕਹਿ ਕੇ ਠੱਗਣਾ, ਤੇ ਮੈਨੂੰ ਠੱਗਣ ਆ ਗਿਆ, ਮੈਨੂੰ ਦੂਜਾ ਵੀ ਝੂਠਾ ਲੱਗੇਗਾ ਕਿ ਵੀ ਝੂਠ ਬੋਲ ਰਿਹਾ, ਕਿਉਂਕਿ ਮੇਰੀ ਆਪਣੀ ਬਿਰਤੀ ਹੈ ਨਾ। ਤੇ ਜਿਹੜਾ ਸੱਚ ਬੋਲਣ ਵਾਲਾ ਬੰਦਾ ਹੈ ਨਾ, ਉਹਦੇ ਕੋਲ ਝੂਠ ਵੀ ਬੋਲੋ ਤੇ ਉਹ ਤੁਹਾਡੀ ਗੱਲ ਜਿਹੜੀ ਮੰਨ ਜਾਏਗਾ, ਉਹਨੇ ਕਹਿਣਾ ਕਿ ਸੱਚ ਹੀ ਬੋਲਦਾ ਹੋਣਾ। ਸੱਚੇ ਲੋਕਾਂ ਨੂੰ ਆਮ ਕਰਕੇ ਇਮੋਸ਼ਨਲ ਬਲੈਕਮੇਲ ਕਰ ਲਿਆ ਜਾਂਦਾ ਹੈ। ਉਹਨਾਂ ਕੋਲ ਗਿਆਨ ਵੀ ਹੁੰਦਾ ਹੈ, ਪਰ ਉਹ ਹਰ ਵਾਰੀ ਕਿਉਂ ਠੱਗੇ ਜਾਂਦੇ ਨੇ? ਕਿਉਂਕਿ ਦੂਜੇ ਬੰਦੇ ਤੇ ਵਿਸ਼ਵਾਸ ਕਰ ਲੈਂਦੇ ਨੇ ਕਿ ਸ਼ਾਇਦ ਇਹ ਵੀ ਮੇਰੇ ਵਰਗਾ ਹੀ ਹੋਣਾ ਹੈ। ਵੇਖ ਰਿਹਾ ਨਾ ਬੰਦਾ, ਜਿਹਾ ਵੇਖੈ ਤੇਹਾ ਵੇਖ। ਜਿਹੋ ਜਿਹਾ ਤੁਸੀਂ ਵੇਖੋਗੇ, ਉਹੋ ਜਿਹਾ ਵੇਖ ਦਾ ਮਤਲਬ ਦ੍ਰਿਸ਼ ਨਜ਼ਰੀ ਆਏਗਾ। ਹੁਣ ਅਸੀਂ ਇਸ ਸੰਸਾਰ ਨੂੰ ਆਪਣੇ ਬਗਾਨੇ ਦੇ ਰੂਪ ਵਿੱਚ ਵੇਖਦੇ ਹਾਂ। ਇਹਦੀ ਇਹ ਜਾਤ ਹੈ, ਇਹਦੀ ਇਹ ਜਾਤ ਹੈ, ਫਲਾਂ ਟੀਂਗ ਜੋ ਵੀ।
ਤੇ ਭਗਤ ਕਬੀਰ ਜੀ ਕਹਿੰਦੇ ਨੇ ਦੋਏ ਦੋਏ ਲੋਚਨ ਪੇਖਾਂ ਹੂੰ ਹਰ ਬਿਨ ਔਰ ਨਾ ਦੇਖਾ, ਮੈਨੂੰ ਰੱਬ ਤੋਂ ਬਿਨਾ ਹੋਰ ਕੋਈ ਦਿਸਦਾ ਹੀ ਨਹੀਂ। ਭਗਤ ਨਾਮਦੇਵ ਜੀ ਵੀ ਕਹਿੰਦੇ ਨੇ ਏਕਲ ਮਾਟੀ ਕੁੰਜਰ ਚੀਂਟੀ ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਅਸੀਂ ਕਹਿੰਦੇ ਹਾਂ ਰੱਬ ਵੱਖਰਾ ਹੈ, ਮੈਂ ਵੱਖਰਾ ਹਾਂ, ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰੇ ਤੇਰੇ ਵਿੱਚ ਫਰਕ ਹੀ ਕੋਈ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ। ਨਜ਼ਰ ਹੀ ਹੈ ਨਾ। ਤਾਂ ਇਸ ਸਿਸਟਮ ਦੇ ਅੰਦਰ ਸਾਡਾ ਗਿਆਨ ਖਤਮ ਹੋ ਗਿਆ, ਸਹੀ ਗਿਆਨ, ਕਿਉਂਕਿ ਅਸੀਂ ਗਿਆਨ ਦੀ ਵਰਤੋਂ ਗਲਤ ਕੀਤੀ। ਤਾਂ ਜੋ ਕੁਝ ਸਿਸਟਮ ਵਿੱਚ ਹੋਏਗਾ, ਮੰਨ ਲਓ ਤੁਸੀਂ 4 ਨੂੰ 4 ਨਾਲ ਗੁਣਾ ਕਰਨਾ ਚਾਹੁੰਦੇ ਹੋ, ਤੁਸੀਂ 4 ਨਾਲ 4 ਨੂੰ ਗੁਣਾ ਕਰਨਾ ਹੈ ਤੇ ਕੈਲਕੂਲੇਟਰ ਵਿੱਚ ਤੁਸੀਂ 4 ਨਾਲ 4 ਗੁਣਾ ਕੀਤਾ ਤੇ ਅੱਗੇ ਉੱਤਰ ਆ ਗਿਆ 0, ਹਾਲਾਂਕਿ ਉੱਤਰ 16 ਆਉਣਾ ਚਾਹੀਦਾ ਤੇ ਤੁਸੀਂ ਕਹੋ ਕਿ ਇਹ ਜਿਹੜਾ ਕੈਲਕੂਲੇਟਰ ਹੈ ਖਰਾਬ ਹੈ। ਹੁਣ ਕੈਲਕੂਲੇਟਰ ਖਰਾਬ ਨਹੀਂ ਹੈ, ਕਿਉਂਕਿ ਗੁਣਾ ਦੀ ਜਗ੍ਹਾ ਤੇ ਤੁਸੀਂ ਮਾਈਨਸ ਦਬਾ ਬੈਠੇ ਨਾ, 4 - 4 ਕਰਤਾ, ਉੱਥੇ ਗੁਣਾ ਦਬਾਣਾ ਸੀ। ਇਨਫੋਰਮੇਸ਼ਨ ਜਿਹੋ ਜਿਹੀ ਦਿਓਗੇ ਉਹਨੇ ਰਿਜ਼ਲਟ ਉਹ ਦੇਣਾ ਹੈ। ਤੇ ਜੇ ਤੁਸੀਂ ਕਰਦੇ ਹੋ 4 ਭਾਗ 4 ਤੇ ਅੱਗੇ ਉੱਤਰ 1 ਆ ਜਾਣਾ ਹੈ, ਤੁਸੀਂ ਕਹੋਗੇ ਕੈਲਕੂਲੇਟਰ ਗਲਤ ਹੈ ਯਾਰ, 4 ਨਾਲ 4 ਨੂੰ ਗੁਣਾ ਕੀਤਾ 16 ਆਉਣਾ ਚਾਹੀਦਾ ਹੈ। ਲੇਕਿਨ ਤੁਸੀਂ ਗੁਣਾ ਦੀ ਜਗ੍ਹਾ ਤੇ ਭਾਗ ਵਾਲਾ ਦਬਾ ਰਹੇ ਹੋ ਨਾ। ਇਨਫੋਰਮੇਸ਼ਨ ਜਿਹੋ ਜਿਹੀ ਦਿਓਗੇ ਉਵੇਂ ਆਏਗਾ ਸਾਰਾ ਕੁਝ। ਐਵੇਂ ਸਾਡਾ ਜਿਹੜਾ ਦਿਮਾਗ ਹੈ ਇਹ ਬਿਲਕੁਲ ਠੀਕ ਕੰਮ ਕਰਦਾ ਹੈ। ਅਸੀਂ ਇਨਫੋਰਮੇਸ਼ਨ ਜੈਸੀ ਦਿੰਨੇ ਆ ਵੈਸਾ ਰਿਜ਼ਲਟ ਨਿਕਲੇਗਾ। ਹੁਣ ਅਸੀਂ ਇਨਫੋਰਮੇਸ਼ਨ ਦੇ ਦਿੱਤੀ ਕਿ ਫਲਾਂ ਬੰਦਾ ਜਿਹੜਾ ਹੈ ਉਹ ਬਿਲਕੁਲ ਮਾੜਾ ਹੈ, ਉਹ ਚੋਰ ਠੱਗ ਲੁਟੇਰਾ ਹੈ, ਤਾਂ ਹੁਣ ਜਦੋਂ ਇਨਫੋਰਮੇਸ਼ਨ ਐਸੀ ਦੋਗੇ ਤੇ ਅੰਦਰੋਂ ਫਿਰ ਹੀ ਆਏਗਾ ਨਾ ਕਿ ਚੋਰ ਠੱਗ ਲੁਟੇਰਾ, ਜਿਹੋ ਜੀ ਇਮੇਜ ਬਣਾ ਲੋਗੇ। ਤੇ ਜੇ ਇਨਫੋਰਮੇਸ਼ਨ ਅੱਗੇ ਦੇ ਦਿੱਤੀ ਕਿ ਉਹ ਬੰਦਾ ਚੰਗਾ ਹੈ ਤੇ ਤੁਹਾਨੂੰ ਚੰਗਾ ਦਿਸੇਗਾ। ਇਸ ਲਈ ਦਿਮਾਗ ਦੀ ਕੋਈ ਪ੍ਰੋਬਲਮ ਨਹੀਂ, ਦਿਮਾਗ ਬਿਲਕੁਲ ਠੀਕ ਕੰਮ ਕਰਦਾ ਹੈ ਹਰ ਬੰਦੇ ਦਾ। ਅਸੀਂ ਕਹਿੰਦੇ ਨਾ ਉਹ ਦਿਮਾਗ ਨਹੀਂ ਕੰਮ ਕਰਦਾ, ਦਿਮਾਗ ਕੰਮ ਕਰ ਰਿਹਾ ਹੈ ਠੀਕ, ਪਰ ਉਹ ਇਨਫੋਰਮੇਸ਼ਨ ਉਵੇਂ ਦੀ ਦੇ ਰਿਹਾ ਹੈ, ਉਹਦਾ ਰਿਜ਼ਲਟ ਆ ਰਿਹਾ ਹੈ। ਇਸ ਲਈ ਨਾਨਕ ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ, ਜਿਸ ਰੱਬੀ ਹੁਕਮ ਦੇ ਅੰਦਰ ਸਾਡੀ ਇਹ ਸੋਚ ਚਲੀ ਗਈ ਹੈ ਰੱਬ ਨੂੰ ਵੇਖਣ ਵਾਲੀ, ਉਹ ਸਿਸਟਮ ਦੇ ਅੰਦਰ ਹੀ ਸਾਨੂੰ ਸੋਚ ਮਿਲ ਜਾਏਗੀ। ਆਪਣੀ ਇਨਫੋਰਮੇਸ਼ਨ ਠੀਕ ਕਰੋ, ਜੈਸੀ ਇਨਪੁਟ ਦੋਗੇ ਵੈਸੀ ਆਊਟਪੁੱਟ ਆਏਗੀ। ਤਾਂ ਇਹਦਾ ਭਾਵ ਸਾਨੂੰ ਇੱਥੇ ਮਿਲ ਰਿਹਾ ਹੈ ਜੋ ਸਿੱਖਣ ਵਾਸਤੇ ਕਿ ਜੇ ਅਸੀਂ ਪੋਜ਼ਿਟਿਵ ਹੋਣਾ ਚਾਹੀਏ ਤਾਂ ਹੋ ਸਕਦੇ ਹਾਂ। ਸਾਡੇ ਅੰਦਰ ਬੜੇ ਖਜ਼ਾਨੇ ਭਰੇ ਪਏ ਨੇ। ਇਨਫੋਰਮੇਸ਼ਨ ਠੀਕ ਦੋ, ਅੰਦਰ ਗੁਰੂ ਦੇ ਗਿਆਨ ਦੀ ਇਨਫੋਰਮੇਸ਼ਨ ਦੋ, ਸੱਚੀ ਇਨਫੋਰਮੇਸ਼ਨ ਦੋ। ਅੱਗੇ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਹਰ ਇੱਕੋ ਕਰਤਾ ਇੱਕ, ਇੱਕੋ ਦੀਵਾਨ ਹਰ। ਹੁਣ ਦੇਖੋ ਸਾਨੂੰ ਸਮਝਾ ਰਹੇ ਨੇ ਕਿ ਰੱਬ ਇੱਕ ਹੈ। ਕਰਤਾ ਦਾ ਮਤਲਬ ਰਚਨਹਾਰ, ਦੀਵਾਨ ਦਾ ਮਤਲਬ ਇੱਥੇ ਹੈ ਕਚਹਿਰੀ ਯਾਨੀ ਆਸਰਾ। ਇੱਥੇ ਦੀਵਾਨ ਦਾ ਅਰਥ ਹੈ ਆਸਰਾ। ਦੀਵਾਨ ਵੈਸੇ ਕਚਹਿਰੀ ਨੂੰ ਵੀ ਕਹਿੰਦੇ ਨੇ, ਪਰ ਇੱਥੇ ਦੀਵਾਨ ਦਾ ਅਰਥ ਜਿਹੜਾ ਆਸਰਾ ਹੈ। ਇੱਕੋ ਹੀ ਰੱਬ ਕਰਨਹਾਰ ਹੈ ਤੇ ਇੱਕੋ ਦਾ ਹੀ ਸਭ ਨੂੰ ਆਸਰਾ ਹੈ, ਕਿਉਂਕਿ ਇੱਕ ਦਾ ਹੁਕਮ ਹੈ ਨਾ, ਇੱਕ ਸਿਸਟਮ ਚੱਲ ਰਿਹਾ ਹੈ। ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਕਿਸੇ ਦੇਵੀ ਦਾ ਆਸਰਾ ਹੈ, ਕਿਸੇ ਦੇਵਤੇ ਦਾ ਆਸਰਾ ਹੈ, ਨਾ, ਇੱਕੋ ਹੀ ਹੈ ਸਿਸਟਮ। ਪੰਜਾਂ ਤੱਤਾਂ ਦਾ ਤੁਹਾਡਾ ਸਰੀਰ ਹੈ, ਪੰਜਾਂ ਤੱਤਾਂ ਦਾ ਮੇਰਾ ਹੈ। ਆਕਸੀਜਨ ਨਾਲ ਤੁਸੀਂ ਜਿੰਦਾ, ਆਕਸੀਜਨ ਨਾਲ ਮੈਂ, ਪਾਣੀ ਨਾਲ ਤੁਹਾਡੀ ਪਿਆਸ ਬੁਝਦੀ ਹੈ, ਪਾਣੀ ਨਾਲ ਮੇਰੀ, ਪ੍ਰਸ਼ਾਦਾ ਪਾਣੀ ਛਕਣ ਨਾਲ ਤੁਹਾਡੀ ਭੁੱਖ ਮਿਟਦੀ ਹੈ, ਉਹਦੇ ਨਾਲ ਮੇਰੀ ਮਿਟਦੀ ਹੈ। ਤਾਂ ਇੱਕੋ ਹੀ ਸਾਰਿਆਂ ਨੂੰ ਆਸਰਾ, ਇੱਕ ਹੁਕਮ ਦਾ ਹੀ ਆਸਰਾ ਹੈ, ਇੱਕੋ ਹੀ ਕਰਤਾ ਹੈ। ਇਹ ਇਨਫੋਰਮੇਸ਼ਨ ਦੇਣੀ ਹੈ ਅੰਦਰ, ਇਹਦੇ ਤੇ ਅਮਲ ਕਰਨਾ ਹੈ। ਹਰ ਇੱਕ ਸਹਿ ਦਾ ਹੈ ਅਮਰ, ਇੱਕੋ ਹਰ ਚਿਤ ਧਰ। ਇੱਥੇ ਅਮਰ ਦਾ ਮਤਲਬ ਹੈ ਹੁਕਮ, ਚਿੱਤ ਦਾ ਮਤਲਬ ਚਿੱਤ ਵਿੱਚ, ਧਰ ਦਾ ਮਤਲਬ ਵਸਾ। ਇੱਕੋ ਦਾ ਹੁਕਮ ਵਰਤ ਰਿਹਾ ਹੈ, ਉਸ ਇੱਕ ਨੂੰ ਹਿਰਦੇ ਦੇ ਵਿੱਚ ਵਸਾ। ਹੁਣ ਇੱਕ ਦਾ ਹੀ ਹੁਕਮ ਹੈ, ਕਿਉਂਕਿ ਇੱਕ ਹੀ ਫੈਲਿਆ ਹੋਇਆ ਹੈ, ਇੱਕ ਹੀ ਪਸਰਿਆ ਹੋਇਆ ਹੈ। ਇੱਕ ਓੰਕਾਰ ਇੱਕ ਹੀ ਪਸਰਿਆ ਹੋਇਆ ਹੈ, ਚਾਰ ਚਫੇਰੇ ਨਿਰਗੁਣ ਆਪ ਸਰਗੁਣ ਕੀ ਉਹੀ। ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਇੱਕੋ ਹੀ ਪਸਰਿਆ ਹੈ ਤੇ ਉਸ ਇੱਕ ਦਾ ਹੀ ਅਮਰ, ਅਮਰ ਦਾ ਮਤਲਬ ਹੁਕਮ, ਰਜਾ, ਭਾਣਾ ਮੀਨਸ ਸਿਸਟਮ। ਜੇ ਸਿਸਟਮ ਸ਼ਬਦ ਨੂੰ ਲਾਓਗੇ ਤੇ ਜਲਦੀ ਸਮਝ ਆ ਜਾਏਗੀ। ਇੱਕੋ ਹੀ ਸਿਸਟਮ ਹੈ।
ਇਹ ਨਹੀਂ ਕਿ ਤੁਸੀਂ ਕਿਸੇ ਹੋਰ ਸਿਸਟਮ ਵਿੱਚ ਜੀ ਰਹੇ ਹੋ ਤੇ ਮੈਂ ਕਿਸੇ ਹੋਰ ਵਿੱਚ, ਜਾਂ ਤੁਹਾਡੀ ਧਰਤੀ ਜਿਹੜੀ ਹੈ ਘਰ, ਧਰਤੀ ਦੂਜੇ ਪਾਸੇ ਨੂੰ ਘੁੰਮਦੀ ਹੈ ਤੇ ਜਿੱਥੇ ਮੈਂ ਰਹਿਣਾ ਉਹ ਧਰਤੀ ਦੂਜੇ ਪਾਸੇ, ਹਿੰਦੁਸਤਾਨ ਦੀ ਧਰਤੀ ਸੂਰਜ ਦੇ ਦੂਜੇ ਪਾਸੇ ਚੱਕਰ ਕੱਟਦੀ ਤੇ ਪਾਕਿਸਤਾਨ ਦੀ ਦੂਜੇ ਪਾਸੇ। ਐਵੇਂ ਨਹੀਂ ਹੈ, ਇੱਕੋ ਹੀ ਹੈ ਸਿਸਟਮ ਸਾਰਾ। ਉਸ ਸਿਸਟਮ ਦੇ ਅੰਦਰ ਸਾਰੀ ਦੁਨੀਆ ਚੱਲ ਰਹੀ ਹੈ। ਇਸ ਲਈ ਇੱਕੋ ਹਰ ਚਿੱਤ ਧਰ, ਉਸ ਇੱਕ ਨੂੰ ਆਪਣੇ ਚਿੱਤ ਵਿੱਚ ਵਸਾ। ਧਰ ਦਾ ਮਤਲਬ ਟਿਕਾ, ਤੇ ਚਿੱਤ ਦਾ ਮਤਲਬ ਹੈ ਚੇਤਾ। ਸਾਡੇ ਦਿਮਾਗ ਦੀ ਉਹ ਐਕਟੀਵਿਟੀ ਜੋ ਹਰ ਚੀਜ਼ ਨੂੰ ਚੇਤੇ ਰੱਖਦੀ ਹੈ। ਹੁਣ ਸਾਡੇ ਚੇਤੇ ਵਿੱਚ ਕੀ ਹੈ? ਜਿਹੜੀ ਚੀਜ਼ ਚੇਤੇ ਹੋਏਗੀ ਉਹ ਬਾਹਰ ਆਏਗੀ। ਅਸੀਂ ਈਰਖਾ ਕਰਦੇ ਹਾਂ ਤਾਂ ਇਹਦਾ ਮਤਲਬ ਸਾਡੇ ਚਿੱਤ ਵਿੱਚ ਈਰਖਾ ਵਸੀ ਪਈ ਤਾਂ ਬਾਹਰ ਪ੍ਰਗਟ ਹੋ ਗਈ। ਸਾਨੂੰ ਕੋਈ ਮਾੜੀ ਜੀ ਗੱਲ ਕਹੇ, ਅਸੀਂ ਗੁੱਸੇ ਨਾਲ ਲਾਲ ਪੀਲੇ ਹੋ ਜਾਂਦੇ ਹਾਂ, ਤਾਂ ਇਹਦਾ ਮਤਲਬ ਸਾਡੇ ਅੰਦਰ ਗੁੱਸਾ ਵਸ ਰਿਹਾ ਹੈ, ਕ੍ਰੋਧ ਵਸ ਰਿਹਾ ਹੈ। ਸਾਨੂੰ ਕੋਈ ਛੋਟੀ ਜੀ ਕਿਤੇ ਲਾਲਚ ਮਿਲੇ ਤੇ ਅਸੀਂ ਆਪਣਾ ਧਰਮ ਇਮਾਨ ਛੱਡ ਦਿੰਦੇ ਹਾਂ। ਇਟ ਮੀਨਸ ਅੰਦਰ ਲਾਲਚ ਵਸ ਰਿਹਾ ਹੈ, ਅੰਦਰ ਚਿੱਤ ਦੇ ਲਾਲਚ ਧਰਿਆ ਹੋਇਆ ਹੈ, ਹੰਕਾਰ ਧਰਿਆ ਹੋਇਆ ਹੈ। ਹੁਣ ਗੁਰੂ ਜੀ ਕਹਿੰਦੇ ਨੇ ਏਕ ਨੂੰ ਚਿੱਤ ਵਿੱਚ ਵਸਾ, ਅੰਦਰੋਂ ਬਾਹਰੋਂ ਇੱਕ ਹੋ, ਮੇਰ ਤੇਰ ਦੇ ਵਿਤਕਰੇ ਗਵਾ, ਸੱਚ ਦੇ ਨਾਲ ਜੋੜ, ਸਭ ਨਾਲ ਵਿਹਾਰ ਇੱਕ ਜੈਸਾ ਕਰ, ਇੱਕੋ ਜਿਹਾ ਨਜ਼ਰੀਆ ਬਣਾ। ਦੇਖੋ ਇਹ ਕਿੰਨੀਆਂ ਸੌਖੀਆਂ ਆਸਾਨ ਗੱਲਾਂ ਨੇ। ਜੇ ਦੁਨੀਆ ਦਾ ਹਰ ਮਨੁੱਖ, ਹਿੰਦੂ ਮੁਸਲਮਾਨ ਸਿੱਖ ਈਸਾਈ ਆਦਿ, ਹਰ ਇਸਤਰੀ ਪੁਰਸ਼ ਜੇ ਇਹਨਾਂ ਚੀਜ਼ਾਂ ਨੂੰ ਅਪਣਾ ਲਵੇ ਤਾਂ ਸੰਸਾਰ ਤਾਂ ਬਿਲਕੁਲ ਸਵਰਗ ਬਣ ਸਕਦਾ ਹੈ, ਘਰ ਪਰਿਵਾਰ ਤਾਂ ਸਵਰਗ ਹੋ ਸਕਦੇ ਨੇ, ਪਰ ਜੇ ਅਮਲ ਕਰੇ ਤਾਂ। ਹੁਣ ਸਾਡਾ ਸਵਾਲ ਫਿਰ ਉੱਥੇ ਆ ਜਾਂਦਾ, ਹਟ ਹਟਾ ਕੇ, ਵੀ ਜੇ ਅਗਲਾ ਨਾ ਕਰੇ, ਜੇ ਦੂਜਾ ਨਾ ਮੰਨੇ, ਬਸ ਇਹ ਚੀਜ਼ ਨੇ ਖਰਾਬ ਕੀਤਾ ਹੋਇਆ, ਨਾ ਮੰਨੇ ਨਾ ਮੰਨੇ, ਤੁਸੀਂ ਤੇ ਮੰਨੋ। ਯਾਨੀ ਜੇ ਹਰ ਬੰਦਾ ਇਹ ਚੀਜ਼ ਨੂੰ ਅਪਣਾ ਲਵੇ ਨਾ, ਤਾਂ ਵਾਸਤਵ ਦੇ ਅੰਦਰ ਹਕੀਕਤ ਹੈ, ਘਰਾਂ ਪਰਿਵਾਰਾਂ ਵਿੱਚ ਸ਼ਾਂਤੀ ਆ ਸਕਦੀ ਹੈ, ਸੰਸਾਰ ਵਿੱਚ ਸ਼ਾਂਤੀ ਆ ਸਕਦੀ ਹੈ, ਸਾਡੀ ਆਪਣੀ ਜ਼ਿੰਦਗੀ ਚੰਗੀ ਹੋ ਸਕਦੀ ਹੈ। ਇਹ ਪੋਸੀਬਿਲਿਟੀ ਹੈ, ਇਹ ਹਵਾਈ ਗੱਲਾਂ ਨਹੀਂ ਹਨ, ਇਹ ਗੁਰੂ ਸਾਹਿਬਾਨ ਦੇ ਤਜਰਬੇ ਦੇ ਵਿੱਚੋਂ ਆਈਆਂ ਨੇ। ਉਹਨਾਂ ਨੇ ਐਸੀ ਜ਼ਿੰਦਗੀ ਜੀਵੀ ਹੈ, ਬਾਣੀਕਾਰਾਂ ਨੇ, ਭਗਤ ਜਨਾਂ ਨੇ, ਗੁਰਸਿੱਖਾਂ ਨੇ, ਭੱਟ ਜਨਾਂ ਨੇ, ਗੁਰੂ ਸਾਹਿਬਾਨ ਨੇ ਐਸੀ ਜ਼ਿੰਦਗੀ ਜੀਵੀ ਹੈ। ਉਹ ਚੀਜ਼ਾਂ ਸਾਡੇ ਸਾਹਮਣੇ ਰੱਖੀਆਂ ਨੇ। ਇਸ ਲਈ ਇੱਕ ਦਾ ਅਮਰ ਹੈ, ਹੁਕਮ ਹੈ, ਉਸ ਇੱਕ ਨੂੰ ਆਪਣੇ ਸੋਚ ਦੇ ਅੰਦਰ ਵਸਾ। ਹਰ ਤਿਸ ਦਿਨ ਕੋਈ ਨਾ ਹੈ। ਹੁਣ ਗੁਰੂ ਜੀ ਕਹਿੰਦੇ ਨੇ ਉਸ ਰੱਬ ਤੋਂ ਬਿਨਾਂ ਕੋਈ ਵੀ ਨਹੀਂ ਹੈ, ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ, ਉਹਦੇ ਤੋਂ ਬਿਨਾਂ ਕੋਈ ਵੀ ਨਹੀਂ ਹੈ। ਕੌਣ? ਕਿਹਨੂੰ ਕਹੋਗੇ ਵੀ ਰੱਬ ਤੋਂ ਵੱਖਰਾ ਹੈ ਜਾਂ ਰੱਬ ਵਰਗਾ ਕੋਈ ਹੋਰ ਹੈ, ਉਹਦਾ ਕੋਈ ਸ਼ਰੀਕ ਹੋਵੇ, ਉਹਦੇ ਮੁਕਾਬਲੇ ਦਾ ਹੋਵੇ? ਕੋਈ ਵੀ ਨਹੀਂ ਹੈ, ਹੈ ਹੀ ਇੱਕ, ਕਿਉਂਕਿ ਇੱਕ ਤੋਂ ਹੀ ਸਾਰਾ ਕੁਝ ਪਸ ਰਿਹਾ ਨਾ। ਨਿਰੰਕਾਰ ਆਕਾਰ ਉਪਾਇਆ, ਨਿਰਗੁਣ ਤੇ ਸਰਗੁਣ ਥੀਆ। ਉਹ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ। ਜਦੋਂ ਆਪ ਹੀ ਇੱਕ ਤੋਂ ਅਨੇਕ ਹੋਇਆ ਹੈ ਤਾਂ ਫਿਰ ਉਹਦੇ ਤੋਂ ਬਿਨਾਂ ਤੇ ਦੂਜਾ ਕੋਈ ਹੈ ਨਹੀਂ। ਹੁਣ ਇਹ ਸਾਡਾ ਭਰਮ ਹੈ ਨਾ ਕਿ ਅਸੀਂ ਵੱਖਰੇ ਹਾਂ। ਸਮੁੰਦਰ ਦੇ ਵਿੱਚ ਲਹਿਰਾਂ ਉੱਠ ਰਹੀਆਂ ਨੇ ਤੇ ਲਹਿਰਾਂ ਨੂੰ ਭਰਮ ਹੈ ਕਿ ਮੈਂ ਵੱਖਰਾ ਹਾਂ, ਜਾਂ ਸਾਡਾ ਭਰਮ ਹੈ ਕਿ ਇਹ ਲਹਿਰਾਂ ਵੱਖਰੀਆਂ ਨੇ, ਪਾਣੀ ਤੋਂ ਵੱਖਰੀ ਮੇਰੀ ਹੋਂਦ ਹੈ। ਜੇ ਕੋਈ ਲਹਿਰ ਇਹ ਕਹੇ ਕਿ ਪਾਣੀ ਤੋਂ ਵੱਖਰੀ ਮੇਰੀ ਹੋਂਦ ਹੈ, ਮੈਂ ਪਾਣੀ ਤੋਂ ਵੱਖਰੀ ਹਾਂ, ਸਮੁੰਦਰ ਤੋਂ ਵੱਖਰੀ ਹਾਂ, ਤਾਂ ਇਹ ਉਹਦਾ ਭੁਲੇਖਾ ਹੈ। ਜੇ ਇੱਕ ਬੁਲਬੁਲਾ ਕਹੇ ਕਿ ਮੈਂ ਸਮੁੰਦਰ ਤੋਂ ਵੱਖਰਾ ਹਾਂ, ਸਮੁੰਦਰ ਤੋਂ ਮੇਰੀ ਵੱਖਰੀ ਹੋਂਦ ਹੈ, ਤਾਂ ਇਹ ਉਹਦਾ ਭੁਲੇਖਾ ਹੈ। ਉਹ ਪਾਣੀ ਦਾ ਹੀ ਹਿੱਸਾ ਹੈ, ਉਹ ਪਾਣੀ ਹੀ ਬੁਲਬੁਲਾ ਹੈ, ਪਾਣੀ ਹੀ ਲਹਿਰ ਹੈ, ਲਹਿਰ ਹੀ ਪਾਣੀ ਹੈ। ਤੇ ਜੇ ਮੈਂ ਕਹਾਂ ਕਿ ਮੈਂ ਰੱਬ ਤੋਂ ਵੱਖਰਾ ਹਾਂ ਤਾਂ ਇਹ ਮੇਰਾ ਇੱਕ ਭਰਮ ਹੈ। ਭਗਤ ਰਵਿਦਾਸ ਜੀ ਨੇ ਇਹ ਭਰਮ ਦੂਰ ਕੀਤਾ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇ ਨਾਲ ਸਾਲਾ ਦਿੱਤੀਆਂ ਨੇ, ਕਨਕ ਕਟਿਕ ਜਲ ਤਰੰਗ ਜੈਸਾ। ਜਿਵੇਂ ਕੜੇ ਔਰ ਸੋਨਿਆਂ ਦਾ ਹੈ, ਜਿਵੇਂ ਸੋਨਾ ਕੜਾ ਹੀ ਹੁੰਦਾ ਹੈ, ਕੜਾ ਸੋਨਾ ਹੀ ਹੁੰਦਾ ਹੈ। ਜਿਵੇਂ ਪਾਣੀ ਲਹਿਰ ਹੈ, ਲਹਿਰ ਪਾਣੀ ਹੈ, ਉਵੇਂ ਮੈਂ ਤੂੰ ਹਾਂ, ਤੂੰ ਮੈਂ ਹੈ, ਮੇਰੇ ਤੇਰੇ ਵਿੱਚ ਕੋਈ ਫਰਕ ਹੀ ਨਹੀਂ ਹੈ। ਹੁਣ ਇਹ ਚੀਜ਼ਾਂ ਅਮਲ ਵਿੱਚ ਲਿਆਉਣ ਵਾਸਤੇ ਨੇ। ਇਹ ਗੱਲਾਂ ਸੁਣ ਤਾਂ ਲਈਆਂ, ਮੈਂ ਕਰ ਲਈਆਂ, ਤੁਸੀਂ ਸੁਣ ਲਈਆਂ, ਹੋਰ ਲੋਕ ਵੀ ਸੁਣ ਰਹੇ ਨੇ, ਕਰ ਰਹੇ ਨੇ। ਅਖਬਾਰਾਂ ਦੇ ਉੱਤੇ ਲਿਖਿਆ ਹੈ, ਹਰ ਅਖਬਾਰ ਤੇ
भगवान इस जगत के कण कण में विद्यमान है। ਤਾਂ ਹੈ ਤੇ ਵਿਦਿਆਮਾਨ ਸੱਚੀ ਗੱਲ ਹੈ ਤਾਂ ਸਭ ਮੈਂ ਜੋਤ ਹੈ ਸੋਈ ਸੱਚੀ ਗੱਲ ਹੈ। ਹਰ ਤਿਸ ਬਿਨ ਕੋਈ ਨਾ ਹੈ ਬਿਲਕੁਲ ਯੂਨੀਵਰਸਲ ਟਰੁੱਥ ਹੈ। ਪਰ ਹੁਣ ਇਹਦੇ ਤੇ ਅਮਲ ਕਿੰਨੇ ਕਰਨਾ ਹੈ? ਅਸਾਂ ਅਮਲ ਕਰਨਾ ਹੈ। ਇਸ ਲਈ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਅਪਣਾਉਣ ਦੀ। ਤੇ ਜੇ ਜ਼ਿਆਦਾ ਨਹੀਂ ਨਾ, ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੈ, ਇਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਘਰ ਪਰਿਵਾਰ ਤੋਂ ਤੇ ਅਪਣਾ ਸਕਦੇ ਹਾਂ ਨਾ। ਮੰਨ ਲਓ ਦੂਜਾ ਬੰਦਾ ਸਾਨੂੰ ਕੋਈ ਇਮੋਸ਼ਨਲ ਬਲੈਕਮੇਲ ਵੀ ਕਰ ਸਕਦਾ ਹੈ, ਠੱਗੀ ਮਾਰ ਸਕਦਾ ਹੈ, ਪਰ ਪਤੀ ਪਤਨੀ, ਭੈਣ ਭਰਾ, ਬੱਚੀਆਂ ਬੱਚੇ, ਇਹ ਤਾਂ ਆਪਸ ਦੇ ਅੰਦਰ ਇਹੋ ਜਿਹਾ ਵਿਹਾਰ ਕਰ ਸਕਦੇ ਨੇ। ਤਾਂ ਆਪਣੇ ਘਰਾਂ ਤੋਂ ਬੰਦਾ ਟਰਾਈ ਕਰੇ। ਜਿੱਥੇ ਅਸੀਂ ਰਹਿਣਾ ਹੀ ਇਕੱਠੇ ਹੈ ਤਾਂ ਉੱਥੇ ਇਹੋ ਜਿਹੀ ਜ਼ਿੰਦਗੀ ਘਰ ਸਵਰਗ ਬਣ ਜਾਏ, ਰੋਲ ਮਾਡਲ ਬਣ ਜਾਏ। ਹਰ ਤਿਸਬਿਨ ਕੋਈ ਨਾ ਹੈ ਡਰ ਭ੍ਰਮ ਭਉ ਦੂਰ ਕਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੋਰ ਦਾ ਡਰ ਤੇ ਭਰਮ ਖਤਮ ਕਰ ਦੇ। ਹੋਰ ਦਾ ਡਰ ਤੇ ਭਰਮ ਉਹਦੇ ਤੋਂ ਬਿਨਾ ਕੋਈ ਨਹੀਂ। ਇਸ ਲਈ ਤੈਨੂੰ ਹੋਰ ਦਾ ਡਰ ਨਹੀਂ ਹੋਣਾ ਚਾਹੀਦਾ ਵੀ ਕਿਤੇ ਮੈਨੂੰ ਭੂਤ ਚੰਬੜ ਜਾਏ। ਹੈ ਨਹੀਂ ਭੂਤ। ਤੈਨੂੰ ਕਿਸੇ ਹੋਰ ਦਾ ਭਰਮ ਹੋਵੇ ਕਿ ਮੈਨੂੰ ਕੋਈ ਦੇਵਤਾ ਨਾ ਸ਼ਰਾਪ ਦੇ ਦੇਵੇ। ਹੈ ਨਹੀਂ ਦੇਵਤੇ ਦਾ ਹੁਕਮ ਚੱਲਦਾ, ਇੱਕ ਦਾ ਹੀ ਹੁਕਮ ਚੱਲਦਾ ਹੈ। ਇੱਕ ਹੀ ਸਿਸਟਮ ਹੈ। ਆਪਣੀ ਜ਼ਿੰਦਗੀ ਚੋਂ ਭਰਮ ਦੂਰ ਕਰ ਦੇ ਕਿ ਕੋਈ ਬਾਬਾ ਮੈਨੂੰ ਪੁੱਤਰ ਦੇ ਸਕਦਾ ਹੈ, ਬਾਬੇ ਦੇ ਵਰ ਦੇ ਨਾਲ ਮੈਂ ਪੜ ਸਕਦਾ, ਬਾਬੇ ਦੇ ਵਰ ਨਾਲ ਤੇਰੀ ਉਮਰ ਵੱਧ ਸਕਦੀ ਹੈ, ਜਾਂ ਵਰ ਦੇ ਨਾਲ ਜਾਂ ਸ਼ਰਾਪ ਦੇ ਨਾਲ ਤੂੰ ਰੋਗੀ ਹੋ ਸਕਣਾ ਜਾਂ ਰੋਗ ਲੱਗ ਸਕਦੇ ਨੇ। ਇਹ ਡਰ ਖਤਮ ਕਰ ਦੇ। ਰੱਬ ਤੋਂ ਬਿਨਾਂ ਹੋਰ ਦਾ ਹੁਕਮ ਚੱਲਦਾ ਹੀ ਨਹੀਂ। ਇੱਕ ਹੀ ਹੁਕਮ ਹੈ, ਇੱਕ ਤੋਂ ਬਿਨਾਂ ਹੋਰ ਕੋਈ ਨਹੀਂ। ਇਸ ਲਈ ਜ਼ਿੰਦਗੀ ਚੋਂ ਡਰ ਮੁਕਾ ਦੇ, ਭਰਮ ਮੁਕਾ ਦੇ, ਭੁਲੇਖਾ ਕੱਢ ਦੇ ਕਿ ਇੱਕ ਤੋਂ ਬਿਨਾਂ ਵੀ ਕੋਈ ਹੋਰ ਹੈ। ਕੋਈ ਨਹੀਂ ਹੋਰ। ਅਦਿਸਤਾ ਜਗਤ ਉਹਦਾ ਰੂਪ ਹੈ, ਅਦਿਸਤੇ ਹੋਏ ਲੋਕ ਉਹਦਾ ਰੂਪ ਨੇ। ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ। ਤਾਂ ਜੇ ਅਸੀਂ ਭਰਮ ਦੂਰ ਕਰ ਦਈਏ, ਆਪਣੇ ਅੰਦਰੋਂ ਇਹ ਭੁਲੇਖੇ ਦੂਰ ਕਰ ਲਈਏ, ਡਰ ਦੂਰ ਹੋ ਜਾਣ, ਤਾਂ ਦੁਨੀਆ ਚੋਂ ਡਰ ਖਤਮ ਹੋ ਜਾਏਗਾ। ਹੁਣ ਦੇਖੋ ਸਾਰੇ ਅਸੀਂ ਲੋਕ ਘਰਾਂ ਨੂੰ ਲੋਕ ਕਿਉਂ ਲਾਉਂਦੇ ਆ? ਲਾਣੇ ਚਾਹੀਦੇ ਨੇ ਨਾ। ਸਿਕਿਉਰਿਟੀ ਕੈਮਰੇ, ਸਿਕਿਉਰਿਟੀ ਅਲਾਰਮ ਕਿਉਂ ਨੇ? ਕਿਉਂਕਿ ਕੋਈ ਚੋਰੀ ਨਾ ਕਰ ਲਵੇ। ਹੁਣ ਚੋਰੀ ਕਿੰਨੇ ਕਰਨੀ ਹੈ? ਬੰਦੇ ਨੇ, ਪਸ਼ੂਆਂ ਨੇ ਤੇ ਕਰਨੀ ਨਹੀਂ। ਤੇ ਜੇ ਬੰਦੇ ਬਣ ਜਾਣ, ਇਹਨਾਂ ਗੁਣਾਂ ਦੇ ਧਾਰਨੀ ਹੋ ਜਾਣ, ਤਾਂ ਕੋਈ ਕਿਸੇ ਦੀ ਚੋਰੀ ਨਹੀਂ ਕਰੇਗਾ। ਡਰ ਖਤਮ ਹੋ ਜਾਏਗਾ। ਮੈਨੂੰ ਤੁਹਾਡਾ ਡਰ ਹੈ, ਤੁਹਾਨੂੰ ਮੇਰਾ ਡਰ। ਇੱਕ ਦੂਜੇ ਤੋਂ ਡਰੇ ਹੋਏ ਨੇ। ਬੰਦਾ ਡਰਿਆ ਹੋਇਆ ਹੈ। ਡਰਿਆ ਤਾਂ ਹੋਇਆ ਕਿਉਂਕਿ ਬੰਦੇ ਵਿੱਚ ਬੰਦਾ ਨਹੀਂ ਰਿਹਾ। ਬੰਦੇ ਵਿੱਚ ਪਸ਼ੂ ਬਿਰਤੀਆਂ ਆ ਗਈਆਂ। ਬੰਦਾ ਰੱਬ ਦੇ ਨਾਲੋਂ ਟੁੱਟ ਗਿਆ, ਬੰਦਾ ਸੱਚ ਨਾਲੋਂ ਟੁੱਟ ਗਿਆ, ਧੁਰੇ ਨਾਲੋਂ ਟੁੱਟ ਗਿਆ, ਮੂਲ ਨਾਲੋਂ ਟੁੱਟ ਗਿਆ। ਤਾਂ ਗੁਰੂ ਜੀ ਕਹਿੰਦੇ ਨੇ ਉਸ ਮੂਲ ਦੇ ਨਾਲ ਜੁੜ। ਆਪਣੀ ਜ਼ਿੰਦਗੀ ਚੋਂ ਭਰਮ ਦੂਰ ਕਰਕੇ ਤੂੰ ਰੱਬ ਨਾਲੋਂ ਵੱਖਰਾ ਹੈ, ਰੱਬ ਤੇਰੇ ਤੋਂ ਵੱਖਰਾ ਹੈ, ਰੱਬ ਇਸ ਸੰਸਾਰ ਤੋਂ ਵੱਖਰਾ ਹੈ। ਇਹ ਭਰਮ ਦੂਰ ਕਰ ਦੇ। ਇੱਕ ਹੀ ਪਸਰਿਆ ਹੋਇਆ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਹਰ ਤਿਸੈ ਨੂੰ ਸਾਲਾ ਜੇ ਤੁਧ ਰੱਖੇ ਬਾਹਰ ਕਰ। ਉਸ ਰੱਬ ਦੀ ਉਸਤਤ ਕਰ, ਸਿਫਤ ਸਲਾਹ ਕਰ। ਜੋ ਤੁਧ ਰੱਖੇ ਬਾਹਰ ਘਰ, ਜੋ ਤੈਨੂੰ ਘਰ ਬਾਹਰ ਦਾ ਮਤਲਬ ਹਰ ਥਾਂ ਤੇ ਜੋ ਤੇਰੀ ਰਾਖੀ ਕਰਦਾ ਹੈ। ਹਰ ਥਾਂ ਤੇ ਰਾਖੀ। ਅਸੀਂ ਰੱਬ ਦੀ ਰਾਖੀ ਵਿੱਚ ਨਾ ਸਿਸਟਮ ਦੇ ਵਿੱਚ ਆ। ਜਿਹਦੇ ਸਿਸਟਮ ਵਿੱਚ ਜੀ ਰਹੇ ਹਾਂ, ਉਸ ਸਿਸਟਮ ਨੂੰ ਯਾਦ ਰੱਖੋ, ਉਹਦੇ ਹੁਕਮ ਨੂੰ ਯਾਦ ਰੱਖੋ, ਉਹਦੀ ਸਿਫਤ ਸਲਾਹ ਕਰੋ, ਉਹਦੇ ਗੁਣਾਂ ਨੂੰ ਗਾਓ। ਫਿਰ ਤੁਹਾਨੂੰ ਉਹ ਘਰ-ਬਾਰ ਰਾਖੀ ਕਰੇਗਾ। ਮੇਰੀ ਵੀ ਕਰੇਗਾ, ਤੁਹਾਡੀ ਵੀ ਕਰੇਗਾ। ਇਹ ਰਾਖੀ ਕਿਵੇਂ ਕਰੇਗਾ? ਰਾਖੀ ਦਾ ਮਤਲਬ ਇਹ ਨਹੀਂ ਕਿ ਹੁਣ ਕੋਈ ਚੋਰੀ ਕਰਨ ਵਾਸਤੇ ਜਾਏ ਬੰਦਾ ਤੇ ਗੁਰਦੁਆਰੇ ਜਾਂ ਮੰਦਿਰ ਮਸੀਤੇ ਸੁੱਖ ਨਾ ਸੁੱਖ ਜਾਏ ਕਿ ਰੱਬਾ ਮੈਂ 11 ਪਾਉਂਡ ਚੜਾਵਾਂਗਾ ਜੇ ਮੈਂ 1 ਲੱਖ ਦੀ ਚੋਰੀ ਕਰਕੇ ਵਾਪਸ ਆ ਗਿਆ। ਕਿ ਰੱਬ ਚੋਰੀਆਂ ਕਰਾਉਣ ਵਾਸਤੇ ਥੋੜਾ ਹੈ। ਰੱਬ ਲਾਟਰੀਆਂ ਕੱਢਣ ਵਾਸਤੇ ਥੋੜਾ ਹੈ। ਰੱਬ ਜੂਏ ਜਿਤਾਉਣ ਵਾਸਤੇ ਥੋੜਾ ਹੈ। ਰੱਬ ਰਾਖੀ ਕਿਵੇਂ ਕਰਦਾ ਹੈ? ਰੱਬ ਰਾਖੀ ਐਵੇਂ ਕਰਦਾ ਹੈ, ਜੋ ਰੱਬ ਦੇ ਨਾਲ ਜੁੜਿਆ ਹੋਏ ਨਾ, ਜਦੋਂ ਤੁਸੀਂ ਚੋਰੀ ਕਰਨ ਲੱਗੋਗੇ ਉਦੋਂ ਰੱਬ ਰਾਖੀ ਕਰੇਗਾ। ਅੰਦਰੋਂ ਆਵਾਜ਼ ਆਏਗੀ, ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮੀ ਭਰੇ ਨਾ ਕੋਈ। ਜਦੋਂ ਝੂਠ ਬੋਲਾਂਗੇ ਨਾ ਉਦੋਂ ਰੱਬ ਰਾਖੀ ਕਰੇਗਾ। ਕੂੜ ਬੋਲ ਮੁਰਦਾਰ ਖਾਏ, ਵੀ ਇਹ ਮੁਰਦਾ ਨਾ ਖਾ। ਝੂਠ ਬੋਲਣਾ ਮੁਰਦੇ ਖਾਣ ਦੇ ਬਰਾਬਰ ਹੈ। ਜਦੋਂ ਲਾਲਚ ਕਰਾਂਗੇ ਉਦੋਂ ਅੰਦਰੋਂ ਆਵਾਜ਼ ਆਏਗੀ, ਲਾਲਚ ਛੋਡੋ ਅੰਧਿਓ ਲਾਲਚ ਦੁੱਖ ਭਾਰੀ।
ਜਦੋਂ ਕਿਸੇ ਨਾਲ ਈਰਖਾ ਕਰਾਂਗੇ ਉਦੋਂ ਰੱਬ ਰਾਖੀ ਕਰੇਗਾ। ਬਾਦ ਵਿਵਾਦ ਕਾਹੂ ਸਿ ਨਾ ਕੀਜੈ, ਜਾਂ ਜਿਸ ਅੰਦਰ ਤਾਤ ਪਰਾਈ ਹੋਵੇ। ਐਵੇਂ ਰੱਬ ਸਾਡੀ ਘਰ-ਬਾਰ ਹਰ ਥਾਂ ਤੇ ਰਾਖੀ ਕਰੇਗਾ ਆਤਮਿਕ ਜੀਵਨ ਦੀ। ਇਸ ਲਈ ਉਹਦੀ ਸਿਫਤ ਸਲਾਹ ਕਰ, ਉਹਦੇ ਗੁਣ ਗਾ, ਤੇਰੀ ਰਾਖੀ ਹੋਵੇਗੀ, ਤੇਰਾ ਆਤਮਿਕ ਜੀਵਨ ਬਚੇਗਾ, ਤੇਰੇ ਅੰਦਰ ਇਨਸਾਨੀਅਤ ਬਚੇਗੀ। ਹਰ ਜਿਸ ਨੂੰ ਹੋਏ ਦਇਆਲ, ਸੋ ਹਰ ਜਪ ਭਉ ਬਿਖਮ ਤਰ। ਜਿਸ ਦੇ ਉੱਤੇ ਦਇਆਵਾਨ ਹੁੰਦਾ ਹੈ, ਹਰ ਜਪ, ਜਪ ਦਾ ਮਤਲਬ ਜਾਣ ਕੇ, ਜਪ ਦਾ ਮਤਲਬ ਜਾਣਨਾ, ਵੇਖਣਾ, ਸਮਝਣਾ, ਭਉ ਦਾ ਮਤਲਬ ਡਰ, ਬਿਖਮ ਦਾ ਮਤਲਬ ਔਖਾ, ਤਾਂ ਉਹ ਔਖੇ ਤਰੇ ਜਾਣ ਵਾਲੇ ਡਰ ਤੋਂ ਪਾਰ ਹੋ ਜਾਂਦਾ ਹੈ। ਕਿੰਨੇ ਡਰ ਨੇ ਨਾ ਬੰਦੇ ਦੀ ਜ਼ਿੰਦਗੀ ਵਿੱਚ, ਕਿੰਨੇ ਸਾਰੇ ਡਰਾਂ ਦੇ ਵਿੱਚ ਬੰਦਾ ਜੀ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਹਦੇ ਤੇ ਰੱਬ ਦਇਆਵਾਨ ਹੁੰਦਾ ਨਾ, ਉਹ ਰੱਬ ਨੂੰ ਜਾਣਦਾ ਹੈ, ਸਮਝਦਾ ਹੈ, ਉਹਦੇ ਗੁਣਾਂ ਨੂੰ ਅਪਣਾਉਂਦਾ ਹੈ ਤੇ ਉਹ ਡਰਾਂ ਤੋਂ ਰਹਿਤ ਹੋ ਜਾਂਦਾ ਹੈ। ਹੁਣ ਡਰ ਕਾਹਦੇ ਨੇ? ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਵਿਗਸੇਤ। ਉਹ ਬੰਦਾ ਡਰਦਾ ਹੈ ਜਿਹੜਾ ਬੰਦਾ ਪਾਪ ਕਰ ਰਿਹਾ ਹੈ। ਜਿਹੜਾ ਧਰਮੀ ਬੰਦਾ ਹੈ ਨਾ, ਉਹਨੂੰ ਡਰ ਕੋਈ ਨਹੀਂ, ਉਹਦੀ ਜ਼ਿੰਦਗੀ ਦੇ ਅੰਦਰ ਵਿਗਾਸਤਾ ਹੈ, ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਹੈ, ਉਹਦੀ ਜ਼ਿੰਦਗੀ ਦੇ ਅੰਦਰ ਖੇੜਾ ਹੈ, ਉਹਦੀ ਜ਼ਿੰਦਗੀ ਵਿੱਚ ਪ੍ਰਸੰਨਤਾ ਹੈ। ਇਸ ਲਈ ਡਰ ਨੇ ਪਾਪਾਂ ਦੇ, ਅਪਰਾਧਾਂ ਦੇ, ਡਰ ਨੇ ਝੂਠਾਂ ਦੇ, ਡਰ ਨੇ ਆਚਰਨਹੀਨਤਾ ਦੇ, ਡਰ ਨੇ ਈਰਖਾ, ਦਵੇਸ਼, ਵੈਰ, ਵਿਰੋਧ ਦੇ। ਜੇ ਬੰਦੇ ਦੀ ਜ਼ਿੰਦਗੀ ਚੋਂ ਇਹ ਨਿਕਲ ਜਾਣ, ਸੱਚਾਈ ਆ ਜਾਏ, ਦਇਆ ਆ ਜਾਏ, ਇਨਸਾਨੀਅਤ ਆ ਜਾਏ, ਤਾਂ ਫਿਰ ਇਸ ਡਰ ਦੇ ਸਮੁੰਦਰ ਨੂੰ ਬੰਦਾ ਤਰ ਜਾਏਗਾ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ।